ਸਤਨਾਮ ਸ਼ਬਦ ਗੁਰੂ ਸਤਨਾਮ ਸ਼ਬਦ ਗੁਰੂ ਸਤਨਾਮ ਸ਼ਬਦ ਗੁਰੂ ਸਤਨਾਮ ਸ਼ਬਦ ਗੁਰੂ ਸਤਨਾਮ ਸ਼ਬਦ ਗੁਰੂ। ਜੈ ਗੁਰਦੇਵ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ ਜੈ ਭਾਰਤ। ਨਵੇਂ ਬੁੱਧਾ। ਅਸਲਾਮ ਅਲੈਕਮ। ਰਾਮ ਰਾਮ। ਜੈ ਵਾਲਮੀਕੀ। ਹਰ ਹਰ ਵਾਲਮੀਕੀ। ਸਤਸੰਗਤ ਜੀ, ਅੱਜ ਗੁਰੂ ਨੇ ਕਿਰਪਾ ਕੀਤੀ ਆ ਕਿ ਆਪਾਂ ਤੁਹਾਡੇ ਰੂਬਰੂ ਹੋਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਮਹਾਰਾਜ ਕਹਿੰਦੇ ਕਿ ਜਿਸ ਵੇਲੇ ਕੋਈ ਚੰਗੀ ਵਿਚਾਰ ਦਿਮਾਗ ਦੇ ਵਿੱਚ ਆ ਜਾਵੇ, ਉਸ ਵੇਲੇ ਸਮਝ ਲਿਓ ਕਿ ਤੁਹਾਡਾ ਗੁਰੂ, ਤੁਹਾਡਾ ਰੱਬ ਤੁਹਾਡੇ 'ਚੋਂ ਪ੍ਰਗਟ ਹੋ ਰਿਹਾ ਹੈ। ਕੋਈ ਵੀ ਟਾਈਮ ਹੋ ਸਕਦਾ ਆ। ਜਿਸ ਵੇਲੇ ਵੀ ਚੰਗੀ ਗੱਲ ਦੁਨੀਆ ਤੇ ਜਾ ਰਹੀ ਆ, ਤੁਸੀਂ ਕੁਛ ਚੰਗਾ ਕਰ ਰਹੇ ਆ, ਚੰਗਾ ਕਿਸੇ ਨੂੰ ਮੈਸੇਜ ਦੇ ਰਹੇ ਆ, ਕਿਸੇ ਵਾਸਤੇ ਚੰਗਾ ਕਰ ਰਹੇ ਆ, ਕਿਸੇ ਦੇ ਨਾਲ ਬਰਾਬਰਤਾ, ਭਾਈਚਾਰਾ, ਏਕਤਾ ਬਾਰੇ ਖੜ ਰਹੇ ਆ, ਸਮਝ ਲਓ ਤੁਹਾਡੇ ਵਿੱਚੋਂ ਤੁਹਾਡਾ ਰੱਬ ਪ੍ਰਗਟ ਆ। ਉਹਦੇ ਵਿੱਚ ਫਿਰ ਰੱਬ ਜਿਹੜਾ ਅੰਦਰ ਕਹਿੰਦੇ ਆ, ਦੱਸਦੇ ਆ, ਰੱਬ ਬਾਣੀ ਦੱਸਦੀ ਆ ਕਿ ਅੰਦਰ ਆ, ਉਹਦੇ ਅੰਦਰ ਫਿਰ ਰੱਬ ਉਹ ਟੁੰਡਾ ਨਹੀਂ ਰਹੂਗਾ। ਕਿੱਦਾਂ? ਟੁੰਡੇ ਅਸਰ ਰਾਜੇ ਕੀ ਧੁਨੀ। ਗੁਰੂ ਨਾਨਕ ਸਾਹਿਬ ਕਹਿੰਦੇ ਵੀ ਜਿਹੜੇ ਲੋਕ ਕੁਛ ਕਰਨਾ ਨਹੀਂ ਚਾਹੁੰਦੇ ਤੇ ਕਰਨ ਵਾਲਿਆਂ ਨੂੰ ਰੋਕਦੇ ਆ, ਉਹਨਾਂ ਦੇ ਅੰਦਰ ਜਿਹੜਾ ਰਾਜਾ ਆ ਉਹਨਾਂ ਦਾ, ਉਹ ਟੁੰਡਾ ਆ, ਉਹ ਰੱਬ ਟੁੰਡਾ ਆ। ਹੱਥਾਂ ਤੋਂ ਬਿਨਾਂ, ਯਾਦ ਰੱਖਿਓ, ਹੱਥਾਂ ਤੋਂ ਬਿਨਾਂ, ਜ਼ਬਾਨ ਤੋਂ ਗੁੰਗਾ ਆ, ਕੰਨਾਂ ਤੋਂ ਬੋਲਾ ਆ, ਯਾਦ ਰੱਖਿਓ, ਤੇ ਉਹ ਕੰਮ ਨਹੀਂ ਕਰਦਾ। ਮੈਨੂੰ ਨਾ ਅੱਜ ਮੇਰੀ ਆਦਤ ਆ ਕਿ ਜਦੋਂ ਮੈਂ ਗੱਡੀ ਵੀ ਚਲਾਉਂਦਾ ਹੋਵਾਂ ਨਾ, ਤੇ ਬਾਣੀ ਮੈਂ ਸੁਣਦਾ ਹੀ ਰਹਿੰਦਾ ਹਰ ਟਾਈਮ। ਮੇਰਾ ਕੋਈ ਚਾਰਾ ਨਹੀਂ। ਗਾਣੇ ਗੂਣੇ ਬੜੇ ਸੁਣੇ ਆ ਜ਼ਿੰਦਗੀ 'ਚ, ਤੇ ਬੜੇ ਨੇ। ਕੋਈ ਚੰਗੀ ਵਿਚਾਰ, ਕੋਈ ਗਾਣੇ, ਕੋਈ ਗਾਣਾ ਇੱਦਾਂ ਦਾ, ਹਾਂ ਇੱਦਾਂ ਦੇਖੋ, ਇਹ ਜਨਮ ਤੁਮਾਰੇ ਲੇਖੇ ਲੇਖੇ ਵਿੱਚ ਲਾ ਲਈ ਦਾਤ ਆ, ਇੱਦਾਂ ਦੇ ਗਾਣੇ ਸੁਣਿਆ ਕਰੋ। ਬਹੁਤ ਜਨਮ। ਅੱਜ ਮੈਂ ਤੁਹਾਡੇ ਨਾਲ ਗੱਲ ਕਰੂੰਗਾ। ਮੈਂ ਪਹਿਲਾਂ ਸ਼ਬਦ ਪੜ੍ਹਾਂ, ਕਿਉਂਕਿ ਸ਼ਬਦ ਪੜ੍ਹਨ ਤੋਂ ਬਾਅਦ ਫਿਰ ਆਪਾਂ ਗੱਲ ਹੋਰ ਕਰਨੀ ਆ, ਕਿਉਂਕਿ ਮੈਂ ਇਹ ਸ਼ਬਦ ਦੀ ਗੱਲ ਨਹੀਂ ਕਰਨੀ। ਮੇਰਾ ਦਿਲ ਕਰਦਾ ਕਿ ਜਨਮ ਕੀ ਆ। ਮਹਾਰਾਜ ਕਹਿੰਦੇ ਆ, ਹਮ ਸਰ ਦੀਨ ਮੇਰੇ ਵਰਗਾ ਗਰੀਬ। ਮੈਨੂੰ ਲੱਗਦਾ ਵੀ ਸਾਡੀ ਜਿਹੜੇ ਆਪਣੇ ਆਪ ਨੂੰ ਅੱਜ ਸਤਿਗੁਰੂ ਰਵਿਦਾਸ ਮਹਾਰਾਜ ਦੀ ਕੌਮ ਚੋਂ, ਸਤਿਗੁਰੂ ਵਾਲਮੀਕ ਮਹਾਰਾਜ ਦੀ ਕੌਮ ਚੋਂ, ਹੁਣ ਮੈਨੂੰ ਲੱਗਦਾ ਆ ਕਿ ਸਾਰੇ ਲੈਵਲ ਤੇ ਹੋ ਚੁੱਕੇ ਆ। ਹੁਣ ਆਪਣੇ ਆਪ, ਹੁਣ ਮੇਰੇ ਸਤਿਗੁਰੂ ਜੀ ਨਾਲੋਂ ਕੋਈ ਗਰੀਬ ਹੈਗਾ ਕੋਈ ਗਰੀਬ? ਸੋਚੋ ਜਰਾ ਦਿਮਾਗ ਦੇ ਨਾਲ। ਮਹਾਰਾਜ ਕਹਿੰਦੇ ਹਮ ਸਰ ਦੀਨ, ਸਾਡੇ ਵਰਗੇ ਗਰੀਬ। ਹਮ ਸਰ ਦੀਨ ਮੇਰੇ ਵਰਗਾ ਗਰੀਬ। ਹਮ ਸਰ ਦੀਨ ਦਿਆਲ ਨਾ ਤੁਮ ਸਰ। ਸੋਚਿਆ ਕਰੋ ਕਿਹਨੂੰ ਕਹਿ ਰਹੇ ਆ ਵੀ ਤੇਰੇ ਵਰਗਾ ਦਿਆਲ ਤੇ ਮੇਰੇ ਵਰਗਾ ਗਰੀਬ। ਜਾ ਕੇ ਆਪਣੇ ਸਰੀਰ ਚੋਂ ਬਾਹਰ ਨਹੀਂ ਕਿਸੇ ਨੂੰ ਕਹਿ ਰਹੇ। ਹਮ ਸਰ ਦੀਨ ਦਿਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ। ਮੈਨੂੰ ਪਤਾ ਲੱਗ ਚੁੱਕਾ ਤੂੰ ਮੇਰੇ ਅੰਦਰ ਆ। ਮੈਂ ਭਾਵੇਂ ਗਰੀਬ ਆ, ਪਰ ਮੈਂ ਤੈਨੂੰ ਜਿੰਨਾ ਚਿਰ ਅੰਦਰੋਂ ਮੈਂ ਆਪਣੇ ਅੰਦਰੋਂ ਤੈਨੂੰ ਜਗਾ ਨਹੀਂ ਨਾ ਲੈਂਦਾ, ਉਹਨਾਂ ਚਿਰ ਚੁੱਪ ਕਰਕੇ ਮੈਂ ਵੀ ਨਹੀਂ ਬਹਿੰਦਾ। ਮਹਾਰਾਜ ਕਹਿੰਦੇ ਆ ਫਿਰ ਕੀ ਹੋਇਆ? ਕਹਿੰਦੇ ਹੁਣ ਜੋ ਤੂੰ ਮੈਨੂੰ ਬੋਲਦਾ ਹੈ ਨਾ, ਮੇਰੀ ਆਤਮਾ ਨੂੰ ਪਹਿਲਾਂ ਸਮਝਾਉਂਦਾ ਆ। ਸਾਡੇ ਅੰਦਰੋਂ ਇੱਕ ਆਵਾਜ਼ ਆਉਂਦੀ ਆ ਜਦੋਂ ਅਸੀਂ ਮਾੜਾ ਕਰਮ ਕਰਨ ਲੱਗਦੇ ਆ ਨਾ, ਉਹ ਪਹਿਲਾਂ ਹੀ ਕਹਿੰਦਾ ਵੀ ਧਿਆਨ ਨਾਲ, ਅਗਰ ਆਹ ਕੀਤਾ ਤੇ ਆਹ ਹੋ ਜਾਣਾ, ਆਹ ਕੀਤਾ ਤੇ ਆਹ ਹੋ ਜਾਣਾ। ਤੁਸੀਂ ਰੁਕ ਜਾਂਦੇ ਆ, ਉਹਦੇ ਮਗਰ ਫੇਰ ਇੱਕ ਆਉਂਦਾ, ਉਹ ਕੁਛ ਨਹੀਂ ਹੁੰਦਾ। ਜਿਹੜਾ ਕਹਿੰਦਾ ਕੁਛ ਨਹੀਂ ਹੁੰਦਾ, ਉਹਨੂੰ ਕੰਟਰੋਲ ਕਰੋ। ਉਹਨੂੰ ਕਹ ਭਾਈ ਰੁਕ, ਜਿਹਨੇ ਮੈਨੂੰ ਪਹਿਲਾਂ ਕਿਹਾ ਹੈ ਨਾ, ਮੈਂ ਉਹਦੀ ਸੁਣਨੀ ਆ। ਜਿਹੜਾ ਤੂੰ ਕਹਿੰਦਾ ਕੁਛ ਨਹੀਂ ਹੁੰਦਾ, ਬੜੇ ਲੋਕ ਨੇ ਜਿਹੜੇ ਲੋਕ ਕਹਿੰਦੇ ਕੁਛ ਨਹੀਂ ਹੁੰਦਾ, ਆਪ ਕਰਨਾ ਨਹੀਂ ਚਾਹੁੰਦੇ। ਮਹਾਰਾਜ ਕਹਿੰਦੇ ਹਮ ਸਰ ਦੀਨ ਦਿਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ। ਬਚਨੀ ਤੇਰੇ ਬਚਨ। ਕਿਹੜੇ ਬਚਨ? ਜਿਹੜਾ ਸਾਡੇ ਅੰਦਰੋਂ, ਸਾਡੀ ਆਤਮਾ ਦੇ ਅੰਦਰੋਂ ਆਵਾਜ਼ ਆਉਂਦੀ ਆ, ਉਹ ਬਚਨ ਨੇ। ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ। ਪਹਿਲਾਂ ਤੂੰ ਮੈਨੂੰ ਬਣਾਇਆ ਜਨ, ਮੈਂ ਤੇਰਾ ਜਨ, ਪਰ ਮੈਂ ਜਿਹੜੇ ਤੇਰੇ ਜਨਾਂ ਤੇ ਗੁਲਾਮੀ ਲੋਕਾਂ ਨੇ ਪਾਈ ਆ, ਮੈਂ ਉਸ ਗੁਲਾਮੀ ਨੂੰ ਆਪਣੇ ਬਚਨਾਂ ਦੇ ਨਾਲ ਕੱਟੂੰਗਾ। ਹਮ ਸਰ ਦੀਨ ਦਿਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ। ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ। ਮੇਰੇ ਤੇ ਕਿਰਪਾ ਕਰ, ਮੈਨੂੰ ਸੰਪੂਰਨ ਜਨ ਬਣਾ। ਅੱਛਾ, ਮਹਾਰਾਜ ਕਹਿੰਦੇ ਜਨ ਤਾਂ ਤੈਨੂੰ ਮੈਂ ਪਹਿਲੇ ਬਣਾਇਆ ਹੋਇਆ। ਜਦੋਂ ਮੈਂ ਤੈਨੂੰ ਸਵੇਰੇ ਠਾਲਦਾ ਆ,
ਤੈਨੂੰ ਕੰਮ ਕਰਨ ਨੂੰ ਸਮਝਾਉਂਦਾ ਆ, ਤੈਨੂੰ ਆਹ ਕਰਨ ਨੂੰ ਸਮਝਾਉਂਦਾ ਆ, ਤੇਰੇ ਅੰਦਰ ਸੋਚ ਦਿੰਦਾ ਆ ਤੂੰ ਜੀਣਾ ਕਿੱਦਾਂ ਆ, ਤੂੰ ਆਪਣੇ ਆਪ ਦੀ ਸੰਭਾਲ ਕਿੱਦਾਂ ਕਰਨੀ ਆ। ਮੈਂ ਤਾਂ ਤੈਨੂੰ ਰੋਜ਼ ਡਾਲਦਾ ਵੀ ਤੂੰ ਕਿਹਦੀ ਵੇਟ ਕਰਦਾ ਆ। ਮਾਰੇ ਕਹਿੰਦਾ ਅੱਛਾ ਸੁਣਿਓ ਫਿਰ। ਹੋਂ ਬਲ ਬਲ ਜਾऊं ਰਮਈਆ ਕਾਰਨ ਕਵਨ ਅਬੋਲ। याद रखियो, हों बल बल जाऊं रमैया कारण कवन बोल। मेरे मालका मेरे दिमाग च क्यों नहीं आ रहा तेरा ज्ञान? केड़ी गल हो गई तू मेरे नाल बोलदा नहीं अज? ये लोग मैनू शूदर दसदे ने, ये लोग मैनू नीवी जाति दा दसदे ने, ये लोग मैनू मेरे माड़े कर्म दसदे ने। मैनू एक बारी दस तां सही मैं केड़ा माड़ा कर्म कीता। अगे सुनियो फिर। महाराज कहते आ बहुत जन्म बड़े जन्म हो गए आ विछड़िया नू, सदियां तो गुलामी चलते आए आ, बहुत जन्म बिसरे थे माधो, ए जन्म तुम्हारे लेखे। मैं अपने अंदर वादा कर लिया, अपनी किरतकार करदियां इन्हां मनुखां नू जरूर जगाऊंगा, इन्हां नू गुलामी, इन्हां दे गुलामी दे संगल जरूर कट्टूंगा। गंगा की लहर में मेरी टूटी जंजीर, कबीर साहब दी गंगा की लहर में मेरी टूटी जंजीर। कबीर साहब ने अपनियां बेड़ियां, अपनी गुलामी इस गुरु दे नाल तोड़ी आ, जिहड़ी आत्मा तो सोच जांदी साडे माइंड च, अखां नाल देख के जिहड़ा अखां दे मनुखां ते जुल्म हो रहा सी, इस अखां राहीं आत्मा ते लगाए ने, उत्थे दर्द पैदा होया। ਜਿਹੜੇ ਮਨੁੱਖਤਾ ਤੇ ਜ਼ੁਲਮ ਕਰਦੇ ਸੀ ਉਸ ਦਰਦ ਨੂੰ ਜਾਣ ਕੇ ਕੰਨਾਂ ਦੇ ਨਾਲ ਸਰਵਣ ਕਰਕੇ ਆਪਣੇ ਮਾਈਂਡ ਦੇ ਨਾਲ ਜਵਾਬ ਦਿੱਤੇ ਹੋਏ ਆ। ਠੀਕ ਆ। ਅੱਛਾ, ਪੰਜਵੇਂ ਪਾਤਸ਼ਾਹ ਜੀ ਇੱਕ ਗੱਲ ਕਰਦੇ, ਧਿਆਨ ਕਰਿਓ, ਮੈਂ ਤੁਹਾਡੇ ਨਾਲ ਸਾਂਝੀ ਕਰਾਂ। ਬਹੁਤ ਜਨਮ ਬਿਸਰੇ ਥੇ ਮਾਧੋ, ਹੈ ਜਨਮ ਤੁਮਾਰੇ ਲੇਖੇ। ਅੱਗੇ ਯਾਦ ਰੱਖਿਓ, ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਪਇਓ ਦਰਸ਼ਨ ਦੇ ਕੇ। ਹੁਣ ਇੱਥੇ ਯਾਦ ਰੱਖਿਓ, ਕਹਿ ਰਵਿਦਾਸ ਆਸ ਲੱਗ ਜੀਵੋਂ। ਮੈਂ ਵੀ ਹੁਣ ਆਸ ਤੇ ਰੱਖੀ ਹੋਈ ਆ। ਜਿਹੜੇ ਤੂੰ ਮੈਨੂੰ ਦੱਸ ਗਿਆ ਨਾ ਗੱਲ, ਮੈਂ ਉਹ ਗੱਲ ਹੁਣ ਇਹਨਾਂ ਨਾਲ ਬੋਲੂੰਗਾ, ਇਹਨਾਂ ਤੇ ਮੈਂ ਲਾਗੂ ਕਰੂੰਗਾ। ਮੈਂ ਦੇਖਦਾ ਵੀ ਤੂੰ ਮੈਨੂੰ ਬਚਾਉਣ ਵਾਸਤੇ ਆਉਣਾ। ਨਾਮਦੇਵ ਮਹਾਰਾਜ ਨੂੰ ਕਹਿੰਦੇ 72 ਵਾਰੀ ਦਰਸ਼ਨ ਹੋਏ, 72 ਵਾਰੀ ਨਾਮਦੇਵ ਮਹਾਰਾਜ ਦੀ ਜਾਨ ਬਖਸ਼ੀ ਆ। ਉਸ ਗੁਰੂ ਨੇ, ਉਸ ਰੱਬ ਨੇ। ਦਰਸ਼ਨ ਦਾ ਮਤਲਬ ਸਮਝਦੇ ਕੀ ਹੁੰਦਾ? ਕਿ ਇੱਕ ਦੁੱਖ ਦੇ ਵਿੱਚੋਂ ਕੱਢ ਲੈਣਾ। ਇਹਨੂੰ ਕਹਿੰਦੇ ਆ ਬਾਣੀ। ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਪਇਓ ਦਰਸ਼ਨ ਦੇ ਕੇ। ਏਦਾਂ ਤਾਂ ਤੂੰ ਚਲਾ ਗਿਆ ਸਾਹਮਣੇ ਹੋ ਕੇ। ਕੌਣ ਗਿਆ ਸੀ ਸਾਹਮਣੇ ਹੋ ਕੇ? ਰੱਬ ਸਾਹਮਣੇ ਨਹੀਂ ਆਉਂਦਾ। ਮੈਂ ਫਿਰ ਕਹਿੰਦਾ ਆ ਚਿਰ ਪਇਓ ਦਰਸ਼ਨ ਦੇ ਕੇ। ਬਈ ਤੂੰ ਮੈਨੂੰ, ਕੌਣ ਸੀ ਰੱਬ ਉਸ ਵੇਲੇ? ਜਿਹੜਾ ਬ੍ਰਾਹਮਣ ਸੀ, ਸਾਹਮਣੇ ਆ ਕੇ ਗੱਲਾਂ ਕਰਕੇ ਚਲਾ ਗਿਆ। ਕਹਿੰਦਾ ਤੁਹਾਡੇ ਮਾੜੇ ਕਰਮ ਆ, ਤੁਸੀਂ ਸ਼ੂਦਰ ਆ, ਤੁਸੀਂ ਚਮੜੇ ਦਾ ਕੰਮ ਕਰਦੇ ਆ, ਤੁਸੀਂ ਰੱਬ ਨੂੰ ਪਾ ਨਹੀਂ ਸਕਦੇ। ਮੇਰੇ ਸਤਿਗੁਰ ਕਹਿੰਦੇ ਕਹਿ ਰਵਿਦਾਸ, ਮੈਂ ਕਹਿੰਦਾ ਆ ਆਸ ਲੱਗ ਜੀਵੋ, ਮੈਂ ਉਸ ਦੀ ਆਸ ਕਰਦਾ ਆ। ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਪਇਓ ਦਰਸ਼ਨ ਦੇ ਕੇ। ब्राह्मण तू मेरे सामने आके गल्लां कह के चला गया, याद रखी मैं ओदे दर्शन कराने तेनू। तैनू मैं नीवा ना कीता, उस कुदरत दे विच तैनू जीना ना सिखाया, तो मेरा भी ना चमार नहीं हैगा। कह रविदास खलास चमारा, जो हम सहरी सुमीत हमारा। ये मेरे सतगुर जी की विचारधारा आ। पंजवें पातशाह जी बहुत प्यारी गल करदे आ। आपां अन्नियां दी गल करांगे। अन्ने जेड़े अन्ने की हुंदे आ। मैं बाणी सुणदा पिया सी ਤੇ ਉਹਦੇ ਵਿੱਚੋਂ ਮੈਨੂੰ ਅੰਨਿਆਂ ਦੀ ਬਾਣੀ ਦੇ ਵਿੱਚੋਂ ਬਾਣੀ ਚੱਲਦੀ ਪਈ ਸੀ, ਤਾਂ ਮੈਨੂੰ ਅੰਨਿਆਂ ਦਾ ਯਾਦ ਆ ਗਿਆ। ਮੈਂ ਕਿਹਾ ਵੀ ਸਲੋਕ ਆ, ਪੰਜਵੇਂ ਪਾਤਸ਼ਾਹ ਨੇ ਸਲੋਕ ਲਿਖਿਆ। ਧਿਆਨ ਕਰਿਓ ਅੰਨੇ ਕਿਹੜੇ ਆ। ਇੱਕ ਤਾਂ ਧਿਆਨ ਕਰਿਓ, ਇੱਕ ਅੰਨੇ ਆ, ਇੱਕ ਸੁੱਚੇ ਆ। ਇਹ ਇਹਨਾਂ ਦੀ ਵੱਖਰੀ ਵੱਖਰੀ ਡੈਫੀਨੇਸ਼ਨ ਆ। ਜਿਸ ਵੇਲੇ ਬਾਣੀ ਲਿਖੀ ਜਾ ਰਹੀ ਆ ਉਸ ਵੇਲੇ ਅੰਨੇ ਕਿਹੜੇ ਸੀ? ਪੰਜਵੇਂ ਪਾਤਸ਼ਾਹ ਜੀ ਕਹਿੰਦੇ ਨੇ, ਪੰਜਵੇਂ ਨਾਨਕ ਗੁਰੂ ਅਰਜਨ ਦੇਵ ਜੀ ਸਾਨੂੰ ਕੀ ਦੱਸਦੇ ਨੇ? ਧਿਆਨ ਕਰਿਓ। महाराज कहते आ अंदरों अन्ने, अंदरों अन्ने, जेड़े लोग अंदरों अन्ने ने। अच्छा, अन्ना किद्दां बंदा बनदा? ध्यान करियो, अन्ना किहनूं कहा बाणी ने? बाणी कहंदी भी जेड़ा अंदरों बंदा अन्ना आ, अन्ने दा अंदरों अन्ना होण दा मतलब की आ?
ਮਹਾਰਾਜ ਕਹਿੰਦੇ ਜਿਹੜੀ ਆਪਣੀ ਆਤਮਾ ਤੋਂ ਤੁਹਾਡੇ ਅੱਖਾਂ ਰਾਹੀਂ ਮੈਸੇਜ ਜਾਂਦਾ ਕਿ ਗਰੀਬ ਨਾਲ ਧੱਕਾ ਹੋ ਰਿਹਾ, ਉਹਦਾ ਕਸੂਰ ਨਹੀਂ ਹੈਗਾ ਪਰ ਉਹਨੂੰ ਕੁੱਟਿਆ ਜਾ ਰਿਹਾ, ਉਹਦਾ ਕਸੂਰ ਨਹੀਂ ਹੈਗਾ ਉਹਦੀਆਂ ਧੀਆਂ ਭੈਣਾਂ ਨਾਲ ਗਲਤ ਕੰਮ ਕੀਤਾ ਜਾ ਰਿਹਾ, ਉਹਦਾ ਕਸੂਰ ਨਹੀਂ ਹੈਗਾ ਉਹਦੇ ਮਾਂ-ਬਾਪ ਨੂੰ ਕੁੱਟਿਆ ਜਾ ਰਿਹਾ, ਉਹਦਾ ਕਸੂਰ ਨਹੀਂ ਹੈਗਾ ਉਹਦੀ ਕੁੱਲ ਨੂੰ ਨਿੰਦਿਆ ਜਾ ਰਿਹਾ, ਉਹਦਾ ਕਸੂਰ ਨਹੀਂ ਹੈਗਾ। ਅੱਛਾ, ਉਹਦਾ ਕਸੂਰ ਕੀ ਆ? ਹਮ ਸਾਰੇ ਦੀਨ ਗਰੀਬ, ਉਹਦਾ ਕਸੂਰ ਇਹੋ ਹੀ ਆ ਕਿ ਗਰੀਬ ਆ। ਅੱਛਾ, ਮਹਾਰਾਜ ਕਹਿੰਦੇ ਆ ਫਿਰ ਉਹ ਜਿਹੜੇ ਲੋਕ ਆ ਦੇਖਦੇ ਨੇ ਲਾਗੇ ਖੜ ਕੇ, ਜਿਹੜੇ ਲੋਕ ਲਾਗੇ ਖੜ ਕੇ ਦੇਖਦੇ ਨੇ ਬੋਲਦੇ ਨਹੀਂ, ਤਾਂ ਮਹਾਰਾਜ ਕਹਿੰਦੇ ਉਸ ਵੇਲੇ ਆਪਣੇ ਅੰਦਰ ਅੱਖਾਂ ਰਾਹੀਂ ਦਰਦ ਹੋ ਰਿਹਾ, ਯਾਰ ਇਹਦਾ ਕਸੂਰ ਨਹੀਂ, ਅੰਦਰ ਗੱਲ ਹੋ ਰਹੀ ਆ, ਇਹਦਾ ਕੋਈ ਕਸੂਰ ਨਹੀਂ, ਕਿਉਂ ਕੁੱਟ ਰਿਹਾ, ਪਰ ਉਹਨੂੰ ਕਹਿੰਦੇ ਨਹੀਂ ਕੁਛ। ਮਹਾਰਾਜ ਕਹਿੰਦੇ ਉਹ ਇਦਾਂ ਦੇ ਜਿਹੜੇ ਲੋਕ ਨੇ ਦੁਨੀਆ ਤੇ, ਉਹਨਾਂ ਨੂੰ ਕਹਿੰਦੇ ਨੇ ਆਤਮ ਘਾਤੀ ਜਗਤ ਕਸਾਈ। ਆਪਣੀ ਆਤਮਾ ਦੇ ਨਾਲ ਵਿਸ਼ਵਾਸਘਾਤ ਕਰ ਰਿਹਾ, ਅੰਦਰੋਂ ਅੰਨਾ। ਬਾਣੀ ਕਹਿੰਦੀ, ਮੈਂ ਨਹੀਂ ਕਹਿ ਰਿਹਾ, ਧਿਆਨ ਕਰਿਓ ਅੱਗੇ ਕੀ ਕਹਿੰਦੇ ਮਹਾਰਾਜ। ਮਹਾਰਾਜ ਕਹਿੰਦੇ ਅੰਦਰੋਂ ਅੰਨਾ ਬਾਹਰੋਂ ਅੰਨਾ, ਕੂੜੀ 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 ਗਾਵੇ। ਹੁਣ ਸਾਡੇ ਡੇਰਿਆਂ ਤੇ ਗੁਰਦੁਆਰਿਆਂ 'ਚ ਰਾਗੀ, ਧਿਆਨ ਕਰਿਓ, ਮੈਂ ਦੇਖੋ ਮੈਂ ਇਸ ਕਰਕੇ ਤੁਹਾਨੂੰ ਸਮਝਾ ਰਿਹਾ ਕਿ ਤੁਹਾਨੂੰ ਪਤਾ ਲੱਗੇ ਰਾਗੀ ਕੀ ਕਰਦੇ ਆ, ਢਾਡੀ ਕੀ ਕਰਦੇ ਆ। ਉਹਨਾਂ ਦਾ ਕਸੂਰ ਨਹੀਂ ਹੈਗਾ, ਨਾ ਰਾਗੀਆਂ ਦਾ ਕਸੂਰ ਆ ਨਾ ਢਾਡੀਆਂ ਦਾ ਕਸੂਰ ਆ। ਇਹ ਕਸੂਰ ਸਭ ਤੋਂ ਵੱਡਾ ਕਿਹਨਾਂ ਦਾ ਆ? ਜਿਹੜਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਕੀ ਕੀਤਾ? ਬਿਜ਼ਨਸ ਕੀਤਾ। ਉਹਦੇ ਉੱਤੇ ਕੀ ਹੋ ਰਿਹਾ? ਬਾਣੀ ਦੇ ਉੱਤੇ ਬਾਣੀ ਦਾ ਪ੍ਰਕਾਸ਼ ਕੀ ਹੋ ਰਿਹਾ ਆ? ਬਾਣੀ ਦੇ ਨਾਂ ਦਾ ਲੈ ਕੇ ਪ੍ਰਕਾਸ਼ ਕੀ ਕਰ ਰਿਹਾ ਲੋਕਾਂ ਦੇ ਮਾਈਂਡ ਦੇ ਵਿੱਚ? ਉਹਨਾਂ ਲੋਕਾਂ ਨੇ ਉੱਤੇ ਧਿਆਨ ਨਹੀਂ ਦਿੱਤਾ। ਕਿਉਂ ਨਹੀਂ ਦਿੱਤਾ? ਇਸੇ ਕਰਕੇ ਕਿਹਾ ਵੀ ਮਹਾਰਾਜ ਕਹਿੰਦੇ ਆ ਅੰਦਰੋਂ ਅੰਨੇ ਹੋ ਗਏ। ਅੰਨਾ ਕਾਹਤੋਂ ਹੁੰਦਾ ਬੰਦਾ ਅੰਦਰੋਂ? ਜਦੋਂ ਬੰਦੇ ਦੇ ਕੋਲ, ਇਨਸਾਨ ਦੇ ਕੋਲ ਅੰਨਾ ਉਸ ਵੇਲੇ ਬੰਦਾ ਹੁੰਦਾ ਜਦੋਂ ਬੰਦਾ ਅੰਦਰੋਂ ਲਾਲਚੀ ਹੁੰਦਾ ਆ। ਆਪਣੇ ਫਾਇਦੇ ਵਾਸਤੇ ਭਾਵੇਂ ਲੋਕਾਂ ਦੇ ਦਿਮਾਗ ਦੇ ਵਿੱਚ ਗਲਤ ਗੱਲਾਂ ਜਾਈ ਜਾਣ, ਉਹ ਕਹਿੰਦਾ ਕੋਈ ਗੱਲ ਨਹੀਂ, ਆਪਣਾ ਘਰ ਭਰੀ ਜਾਂਦਾ। ਮਹਾਰਾਜ ਕਹਿੰਦੇ ਜੇ ਇਦਾਂ ਦੇ ਲੋਕ, ਇਦਾਂ ਦੇ ਰਾਗੀ, ਇਦਾਂ ਦੇ ਬਾਣੀ ਗਾਉਣ ਵਾਲੇ, ਇਦਾਂ ਦੇ ਬਾਣੀ ਦੀਆਂ ਕਥਾ ਕਰਨ ਵਾਲੇ ਜੇ ਪੈਦਾ ਹੋਣਗੇ, ਅੰਦਰੋਂ ਅੰਨਾ, ਧਿਆਨ ਕਰਿਓ, ਅੰਦਰੋਂ ਅੰਨਾ ਬਾਹਰੋਂ ਅੰਨਾ, ਕੂੜੀ ਕੂੜੀ ਗਾਵੇ। ਹੁਣ ਜੇ ਮਹਾਰਾਜ ਕਹਿੰਦੇ ਵੀ ਅੰਦਰੋਂ ਵੀ ਅੰਨਾ ਬਾਹਰੋਂ ਵੀ ਅੰਨਾ, ਨਾ ਉਹਨੂੰ ਬਾਹਰ ਦਾ ਪਤਾ ਨਾ ਅੰਦਰ ਦਾ ਪਤਾ, ਤੇ ਮਹਾਰਾਜ ਕਹਿੰਦੇ ਕੂੜ ਸੁਣਾ ਰਿਹਾ ਤੈਨੂੰ। ਜੇ ਡੇਰਿਆਂ ਤੇ ਡੇਰੇ ਵੱਡੇ ਕੀਤੇ ਜਾ ਰਹੇ ਆ, ਧਿਆਨ ਕਰਿਓ, ਜੇ ਡੇਰੇ ਵੱਡੇ ਕੀਤੇ ਜਾ ਰਹੇ ਆ ਤਾਂ ਮਹਾਰਾਜ ਕਹਿੰਦੇ ਆ ਕੂੜ ਸੁਣਾ ਰਿਹਾ ਤੈਨੂੰ। ਏਦਾਂ ਕੌਣ ਕਰਦਾ ਸੀ? ਮੰਦਿਰ ਕੌਣ ਬਣਾਉਂਦਾ ਸੀ? ਡੇਰੇ ਕੌਣ ਬਣਾਉਂਦਾ ਸੀ? ਜਿਹਦੇ ਵਾਸਤੇ ਸਤਿਗੁਰ ਰਵਿਦਾਸ ਮਹਾਰਾਜ ਜੀ, ਕਬੀਰ ਜੀ, ਨਾਮਦੇਵ ਜੀ, ਸਤਨਾ ਜੀ, ਸੈਣ ਜੀ, ਸਤਿਗੁਰ ਬਾਲਮੀਕ ਮਹਾਰਾਜ ਜੀ, ਗਣਕਾ ਜੀ, ਜਿਨ੍ਹਾਂ ਲੋਕਾਂ ਨੇ ਇਹਨਾਂ ਲੋਕਾਂ ਦੀ ਮਾੜੀ ਵਿਚਾਰਧਾਰਾ ਦਾ ਸਾਹਮਣਾ ਕੀਤਾ, ਉਹ ਲੋਕ ਕਹਿੰਦੇ ਸੀ ਕਾਂਚੀ ਦੇ ਵਿੱਚ ਆ ਜਾਓ, ਦਾਨ ਕਰੋ ਤਾਂ ਤੁਹਾਨੂੰ ਸਵਰਗ ਵਿੱਚ ਮਿਲ ਜਾਊਗਾ। ਇਹ ਉਸ ਸੋਚ ਵਿਚਾਰਧਾਰਾ ਜਿਹੜੀ ਸੀਗੀ, ਉਹ ਜਿਹੜੀ ਵਿਚਾਰਧਾਰਾ ਸੀ, ਉਹਦੇ ਉੱਤੇ ਬਾਣੀ ਲਿਖੀ ਗਈ ਸੀ ਕਿ ਭਾਈ ਤੁਸੀਂ ਇਸ ਮਨੁੱਖਤਾ ਦੇ ਵਿੱਚ ਗੰਦਗੀ ਨਾ ਪਾਓ। ਜੇ ਸਾਰੇ ਮਨੁੱਖ ਦੁਨੀਆ ਤੇ ਇਦਾਂ ਹੋ ਜਾਣਗੇ, ਇੱਕ ਦਿਨ ਐਸਾ ਆਊਗਾ ਹਰ ਇੱਕ ਮਨੁੱਖ ਨੂੰ ਖਾ ਜਾਊਗਾ। ਬਾਣੀ ਦੇ ਵਿੱਚ ਸਿੱਧੀਆਂ ਗੱਲਾਂ ਲਿਖੀਆਂ। ਮਹਾਰਾਜ ਕਹਿੰਦੇ ਅੰਦਰੋਂ ਅੰਨਾ ਬਾਹਰੋਂ ਅੰਨਾ, ਅੰਦਰੋਂ ਅੰਨਾ, ਕੂੜੀ ਕੂੜ ਗਾਵੇ। ਅੱਛਾ, ਮਹਾਰਾਜ ਕਹਿੰਦੇ ਅੱਗੇ ਕੀ ਕਰਦਾ? ਜਿਹੜੇ ਲੋਕ ਕੂੜ ਗਾਉਂਦੇ ਨੇ, ਜਿਹੜੇ ਲੋਕ ਕੂੜ ਸੁਣਾਉਂਦੇ ਨੇ, ਤਾਂ ਮਹਾਰਾਜ ਕਹਿੰਦੇ ਕੀ ਕਰਦੇ ਨੇ? ਦੇਹੀ ਧੋਵੇ, ਆਪਣੇ ਸਰੀਰ ਨੂੰ ਧੋਂਦਾ। ਅੱਛਾ, ਬਾਣੀ ਕਹਿੰਦੀ ਮੈਂ ਨਹੀਂ ਕਰ, ਧਿਆਨ ਕਰਿਓ, ਤੁਹਾਨੂੰ ਪਤਾ ਲੱਗੇ। ਮਹਾਰਾਜ ਕਹਿੰਦੇ ਫਿਰ ਕੀ ਕਰਦਾ ਜੀ? ਇਹ ਦੇਹੀ ਧੋਵੇ ਚੱਕਰ ਬਣਾਵੇ। ਚੱਕਰ ਬਣਾਉਂਦਾ ਫਿਰ ਕਾਹਦੇ ਨਾਲ? ਆਪਣੀਆਂ ਗੱਲਾਂ ਨਾਲ। ਕਿਉਂਕਿ ਕੰਮ ਤਾਂ ਕਰਨਾ ਕੋਈ ਨਹੀਂ। ਦੇਹ ਨੂੰ ਧੋ ਕੇ ਏਦਾਂ ਕੌਣ ਕਰਦਾ ਸੀ? ਅੱਜ ਤੋਂ 600 650 ਸਾਲ ਪਹਿਲਾਂ ਉਹ ਬ੍ਰਾਹਮਣ ਕਰਦਾ ਸੀ, ਜਿਹੜਾ ਚੌਂਕੇ ਦੇ ਲਾਗੇ ਕਾਰ ਕੱਢਦਾ ਸੀ। ਪਹਿਲਾਂ ਚੌਂਕੇ ਨੂੰ ਕੀ ਕਰਦਾ ਸੀ? ਲਿਪਦਾ ਸੀ। ਚੌਂਕੇ ਨੂੰ ਲਿਪ ਕੇ ਗੋਹਾ ਮਲਦਾ ਸੀ ਗਊ ਦਾ। ਬਾਣੀ 'ਚ ਲਿਖਿਆ ਹੋਇਆ ਸਾਰਾ, ਕਬੀਰ ਸਾਹਿਬ ਨੇ, ਨਾਮਦੇਵ ਜੀ ਨੇ, ਸਤਨਾ ਜੀ ਨੇ, ਸੈਣ ਜੀ ਨੇ, ਤਰਲੋਚਨ ਜੀ ਨੇ, ਇਹ ਬਾਣੀ 'ਚ ਲਿਖਿਆ, ਮੈਂ ਕੋਲੋਂ ਨਹੀਂ ਕਹਿ ਰਿਹਾ। ਕਾਰ ਕੱਢਣ ਤੋਂ ਬਾਅਦ ਕੀ ਕਰਦਾ ਸੀ? ਚੌਂਕੇ ਤੇ ਗੋਹਾ ਮਲਦਾ ਸੀ। ਕਾਹਦਾ? ਗਊ ਦਾ। ਕੀ ਹੁੰਦਾ ਸੀ? ਕਹਿੰਦੇ ਗਊ ਦੇ ਗੋਹੇ ਦੇ ਨਾਲ ਧਰਤੀ ਸ਼ੁੱਧ ਹੋ ਜਾਂਦੀ ਆ। ਅੱਛਾ, ਕੀ ਕਰਦਾ ਸੀ? ਏਦਾਂ ਅੱਖਾਂ ਨਾਲ ਸਾਡੇ ਅੱਖਾਂ ਤੋਂ ਦਿਖਾਉਂਦਾ ਸੀਗਾ, ਆਪਣੇ ਆਪ ਨੂੰ ਸੁੱਚਾ ਸਮਝਦਾ ਸੀ। ਕੀ ਕਰਦਾ ਸੀ? ਨਹਾਉਂਦਾ ਵੀ ਪੂਰਾ ਸੀ ਗੰਗਾ ਤੇ ਜਾ ਕੇ। ਧਿਆਨ ਕਰਿਓ,
ਗੰਗਾ ਤੇ ਨਹਾਉਂਦਾ ਵੀ ਸੀ, ਗੋਹਾ ਵੀ ਪੂਰਾ ਮਲਦਾ ਸੀ ਚੌਂਕੇ ਦੇ ਵਿੱਚ। ਮਹਾਰਾਜ ਕਹਿੰਦੇ ਫੇਰ ਕੀ ਕਰਦਾ ਸੀ? ਮਹਾਰਾਜ ਕਹਿੰਦੇ ਫੇਰ ਕੀ ਕਰਦਾ? ਦੇਹੀ ਧੋਵੇ ਚੱਕਰ ਬਣਾਵੇ। ਤੁਹਾਡੇ ਅੱਖਾਂ ਰਾਹੀਂ ਚੱਕਰ ਬਣਾ ਰਹੇ ਹੋ, ਯਾਦ ਰੱਖਿਓ। ਏਦਾਂ ਡੇਰੇਦਾਰ ਕਰਦੇ ਨੇ ਅੱਜ, ਜਿੱਦਾਂ ਪਹਿਲਾਂ ਅੱਜ ਤੋਂ 600 ਸਾਲ ਪਹਿਲਾਂ ਬ੍ਰਾਹਮਣ ਕਰਦਾ, ਡੇਰੇਦਾਰ ਕਰਦੇ, ਚੱਕਰ ਬਣਾਉਂਦੇ ਆ। ਧਿਆਨ ਕਰਿਓ। ਮਹਾਰਾਜ ਕਹਿੰਦੇ ਦੇਹੀ ਧੋਵੇ ਚੱਕਰ ਬਣਾਵੇ, ਮਾਇਆ ਨੂੰ ਬਹੁ ਧਾਵੇ। ਪਿਆਰ ਕਿਹਦੇ ਨਾਲ ਕਰਦੇ ਆ? ਮਾਇਆ ਦੇ ਨਾਲ। ਕੀ ਤੁਹਾਡਾ ਟੇਕਿਆ ਹੋਇਆ ਮੱਥਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਕੀ ਗਰੀਬਾਂ ਦੇ ਬੱਚਿਆਂ ਵਾਸਤੇ ਐਜੂਕੇਸ਼ਨ ਤੇ ਪੈਸਾ ਲੱਗ ਰਿਹਾ? ਹੋ ਨੋਟ ਦਿਮਾਗ ਲੱਗ ਰਿਹਾ? ਨਹੀਂ ਲੱਗ ਰਿਹਾ ਤੇ ਸਮਝ ਲਿਓ ਮਹਾਰਾਜ ਕਹਿੰਦੇ ਦੇਹੀ ਧੋਵੇ ਚੱਕਰ ਬਣਾਵੇ, ਮਾਇਆ ਨੂੰ ਬਹੁ ਧਾਵੇ। ਹੁਣ ਧਿਆਨ ਰੱਖਿਓ, ਧਾਵੇ ਦਾ ਮਤਲਬ ਕੀ ਹੈ? ਧੱਦੇ ਨੂੰ ਕੰਨਾ ਲੱਗਾ ਹੋਇਆ, ਵਾਵੇ ਨੂੰ ਦਰਾਈਆਂ ਲੱਗੀਆਂ ਹੋਈਆਂ। ਮਾਇਆ ਨੂੰ ਆਪਣੇ ਵਾਸਤੇ ਵਰਤਦਾ, ਨਾ ਕਿ ਤੁਹਾਡੇ ਜਿਹੜਾ ਤੁਸੀਂ ਮੱਥਾ ਟੇਕਿਆ, ਜਿਹੜਾ ਦਸਵੰਧ ਕੱਢ ਕੇ ਦਾਨ ਕੀਤਾ ਆ। ਮਹਾਰਾਜ ਕਹਿੰਦੇ ਭੁੱਲ ਜਾਇਓ, ਤੁਹਾਡੇ ਵਾਸਤੇ ਨਹੀਂ ਲੱਗ ਰਿਹਾ। ਕਿਹਦੇ ਵਾਸਤੇ ਲੱਗ ਰਿਹਾ? ਕਰੋੜਾਂ ਅਰਬਾਂ ਦੀ ਜਾਇਦਾਦ ਡੇਰਿਆਂ ਦੀ ਬਣੀ ਹੋਈ ਆ। ਕਈ ਤਾਂ ਡੇਰੇ ਏਦਾਂ ਦੇ ਨੇ ਜਿਨ੍ਹਾਂ ਡੇਰਿਆਂ ਦੇ ਵਿੱਚ ਸਿੱਧਾ ਪਲੇਨ ਉਤਰਦਾ ਆ ਕੇ। ਸਮਝ ਆ ਰਹੀ ਆ? ਅੱਛਾ, ਤੁਹਾਨੂੰ ਕੀ ਬਣਾਇਆ ਜਾ ਰਿਹਾ? ਭਾਂਡੇ ਧੋਣ ਵਾਲੇ। ਤੁਸੀਂ ਉਸ ਡੇਰੇ ਤੇ ਸਾਰੀ ਉਮਰ ਭਾਂਡਿਆਂ ਦੀ ਸੇਵਾ ਕਰਨੀ ਆ। ਕੀ ਹੋਇਆ? ਤੁਹਾਨੂੰ ਮਿਲਣਾ ਸਵਰਗ। ਤੁਸੀਂ ਸਾਰੀ ਉਮਰ ਉਸ ਡੇਰੇ ਤੇ ਜਾ ਕੇ ਟੋਕਰੀ ਢੋਣੀ ਆ, ਤੁਹਾਨੂੰ ਕੀ ਮਿਲਣਾ? ਤੁਹਾਨੂੰ ਮਿਲਣਾ ਸਵਰਗ। ਅੱਛਾ, ਸਵਰਗ ਦੇਣ ਵਾਲਾ ਕੌਣ ਆ? ਬਾਬਾ ਡੇਰੇ ਦਾ। ਅੱਛਾ, ਬਾਬੇ ਦੀ ਜ਼ਿੰਦਗੀ ਸਵਰਗ 'ਚ ਆ ਕਿ ਨਰਕ 'ਚ ਆ? ਜਿਹਦੇ ਪਲੇਨ ਦੇ ਵਿੱਚ, ਜਿਹੜੇ ਡੇਰੇ ਦੇ ਵਿੱਚ ਪਲੇਨ ਉਤਰਦਾ, ਪਲੇਨ 'ਚ ਬਾਹਰ ਜਾਂਦਾ, ਪਲੇਨ 'ਚ ਆਉਂਦਾ, ਸਿੱਧਾ ਏਅਰਪੋਰਟ ਤੇ ਜਾਣ ਦੀ ਲੋੜ ਨਹੀਂ, ਡੇਰੇ 'ਚੋਂ ਨਿਕਲਦਾ ਬਾਹਰ ਸਿੱਧਾ ਉੱਥੇ ਸਵਰਗ। ਬਾਬਾ ਸਵਰਗ ਦਾ, ਤੁਸੀਂ ਭਾਂਡੇ ਧੋਣ ਵਾਲੇ ਸਵਰਗ ਦੇ ਵਿੱਚ ਆ। ਬਾਬੇ ਦੀ ਜ਼ਿੰਦਗੀ ਸਵਰਗ 'ਚ ਆ ਜਾਂ ਤੁਹਾਡੀ ਜ਼ਿੰਦਗੀ ਸਵਰਗ ਆ? ਸੋਚਿਓ ਜਰਾ। ਫਿਰ ਯਾਦ ਰੱਖਿਓ, ਜਿਹੜੇ ਲੋਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਕਰਦੇ ਨੇ, ਮੈਂ ਉਹਨਾਂ ਦੇ ਹਮੇਸ਼ਾ ਹੀ ਅਧੀਨ ਆ। ਜੇ ਮੇਰੇ ਸਤਿਗੁਰ ਰਵਿਦਾਸ ਮਹਾਰਾਜ ਦੀ ਬਾਣੀ ਨਾਲ, ਕਬੀਰ ਮਹਾਰਾਜ ਦੀ ਬਾਣੀ ਨਾਲ ਕੋਈ ਵੀ ਬੰਦਾ ਲਿਖਿਆ ਅੰਦਰ ਕੁਛ ਹੋਰ ਤੇ ਸੁਣਾਉਂਦਾ ਕੁਛ ਹੋਰ ਆ, ਤੇ ਮਹਾਰਾਜ ਕਹਿੰਦੇ ਫਿਰ ਯਾਦ ਰੱਖਿਓ, ਬਾਹਰ ਅੰਦਰੋਂ ਅੰਨੇ ਬਾਹਰੋਂ ਅੰਨੇ ਕੂੜੀ ਕੂੜੀ ਗਾਵੇ, ਦੇ ਧੋਵੇ ਚੱਕਰ ਬਣਾਵੇ। ਚੱਕਰ ਬਣਾਉਂਦਾ। ਫਿਰ ਕਿਹੜਾ ਚੱਕਰ ਬਣਾਉਂਦਾ? ਜਿੱਦਾਂ ਬ੍ਰਾਹਮਣ ਗੋਹਾ ਮਲ ਕੇ ਚੌਂਕਾ ਕੀਲ ਕੱਢਦਾ ਸੀ, ਉਹਨੂੰ ਫਿਰ ਕੀ ਕਰਦਾ ਸੀ? ਫਿਰ ਲੱਕੜਾਂ ਵੀ ਧੋਂਦਾ ਸੀ। ਮਹਾਰਾਜ ਕਹਿੰਦੇ ਕਾਠੀ ਧੋਏ ਜਲਾਵੇ। ਕਾਠੀ ਦਾ ਮਤਲਬ ਲੱਕੜ ਨੂੰ ਧੋ ਕੇ ਜਲਾਉਂਦਾ ਸੀ। ਏਦਾਂ ਦੇ ਅਗਿਆਨੀ ਅੰਨੇ, ਹਿੰਦੂ ਅੰਨਾ ਲਿਖਿਆ ਹੋਇਆ ਬਾਣੀ 'ਚ, ਮੈਂ ਕੋਲੋਂ ਨਹੀਂ ਕਹਿ ਰਿਹਾ। ਹਿੰਦੂ ਅੰਨਾ ਤੁਰਕੋਂ ਕਾਣਾ, ਦੋਹਾਂ ਤੇ ਗਿਆਨੀ ਸਿਆਣਾ। ਇਹਨੂੰ ਮੂਰਖ ਨੂੰ ਪੁੱਛੇ ਵੀ ਜੇ ਲੱਕੜ ਗਿੱਲੀ ਹੋ ਜਾਵੇ ਬੇਸ਼ਰਮਾ, ਜੇ ਲੱਕੜ ਗਈ ਉਦਾਂ ਹੀ ਨਹੀਂ ਅੱਗ ਲੱਗਦੀ, ਤਾਂ ਇਹ ਬੇਸ਼ਰਮ ਲੱਕੜ ਧੋ ਕੇ ਜਲਾਉਂਦੇ ਸੀ। ਕੀ ਹੋਇਆ ਜੀ? ਕਹਿੰਦੇ ਜੀ ਜਿਹੜੀ ਅਗਨੀ ਆ ਨਾ, ਉਹ ਸ਼ੁੱਧ ਹੋ ਜਾਂਦੀ ਆ। ਇਹ ਇਦਾਂ ਦੇ ਲੋਕ ਸੀ। ਅੱਛਾ, ਸਾਡੇ ਕੀ ਅੱਜ ਹੋ ਰਿਹਾ? ਅੱਜ ਜਿਹੜਾ ਸਾਡੇ ਹੋ ਰਿਹਾ ਆ, ਕੀ ਹੋ ਰਿਹਾ? ਹੁਣ ਤੁਸੀਂ ਦੱਸਿਓ ਵੀ ਜਿਹੜੇ ਗੁਰੂ ਘਰ ਦੇ ਵਿੱਚ ਕੀਰਤਨ ਕਰਦੇ ਆ, ਗੁਰੂ ਘਰਾਂ ਦੇ ਵਿੱਚ ਕੀਰਤਨ ਸੁਣਾਉਂਦੇ ਆ, ਕਿ ਉਹਨਾਂ ਨੇ ਆਹ ਕਦੀ ਗੱਲ ਸੁਣਾਈ? ਹੁਣ ਸ਼ਬਦ ਬਾਣੀ ਹੈ ਵੀ, ਇਹਨਾਂ ਲੋਕਾਂ ਨੇ ਕਾਹਤੋਂ ਨਹੀਂ ਸੁਣਾਈ? ਪਤਾ ਆ ਵੀ ਸਾਡੇ ਤੇ ਢੁੱਕ ਜਾਣੀ ਆ। ਮਹਾਰਾਜ ਕਹਿੰਦੇ ਅੰਦਰੋਂ ਅੰਨਾ ਬਾਹਰੋਂ ਅੰਨਾ, ਕੂੜੀ ਕੂੜੀ ਗਾਵੇ, ਦੇ ਧੋਵੇ। ਸਰੀਰ ਨੂੰ ਧੋਂਦਾ, ਫਿਰ ਕੀ ਕਰਦਾ? ਸੁੱਚਾ ਹੋਣ ਵਾਸਤੇ, ਸਾਹਮਣੇ ਦੁਨੀਆ ਦੇ ਜਾਣ ਵਾਸਤੇ, ਲੋਕਾਂ ਦੇ ਸਾਹਮਣੇ ਜਾਣ ਵਾਸਤੇ ਕੀ ਸੁੱਚਾ ਹੋ ਕੇ ਬਹਿ ਜਾਂਦਾ। ਜਿੱਦਾਂ ਬਾਬਾ ਡੇਰੇ ਤੇ ਬੈਠਾ ਆ, ਕੋਈ ਵੀ ਬਾਬਾ ਆ ਡੇਰੇ ਵਾਲਾ, ਬਾਬਾ ਸਾਹਮਣੇ ਤੁਹਾਡੇ ਬਹਿ ਕੇ ਕੀ ਕਰਦਾ? ਉਹ ਸਵੇਰ ਨੂੰ ਨਹਾਉਂਦਾ ਆ, ਇਸ਼ਨਾਨ ਕਰਦਾ ਆ, ਸਵੇਰੇ ਉੱਠ ਕੇ ਇਸ਼ਨਾਨ ਕਰਕੇ ਆਰਾਮ ਨਾਲ ਸੀਟ ਤੇ ਬਹਿ ਜਾਂਦਾ। ਏਦਾਂ ਬ੍ਰਾਹਮਣ ਕਰਦਾ ਸੀ। ਮੈਂ ਨਹੀਂ ਕਹਿ ਰਿਹਾ, ਬਾਣੀ ਕਹਿ ਰਹੀ ਆ। ਸਤਿਗੁਰੂ ਰਵਿਦਾਸ ਮਹਾਰਾਜ ਕਹਿੰਦੇ ਆ, ਮੈਨੂੰ ਏਦਾਂ ਦੇ ਚੰਗੇ ਨਹੀਂ ਲੱਗਦੇ, ਮੈਨੂੰ ਠੱਗ ਦਿਸਦੇ ਨੇ। ਅੱਛਾ, ਅੱਗੇ ਸੁਣਿਓ ਕੀ ਕਹਿੰਦੇ ਆ। ਮਹਾਰਾਜ ਕਹਿੰਦੇ ਅੰਦਰ ਮੈਲ, ਫਿਰ ਉਹਦੇ ਕੀ ਚੱਲਦਾ ਹੁੰਦਾ? ਅੰਦਰ ਪੈਸੇ ਇਕੱਠੇ ਕਰਨ ਦੀ ਵਿਰਤੀ ਚੱਲ ਰਹੀ ਆ, ਮਾਇਆ ਨੂੰ ਇਕੱਠਾ ਕਰਨ ਦੀ ਵਿਰਤੀ ਚੱਲ ਰਹੀ ਆ। ਮਹਾਰਾਜ ਕਹਿੰਦੇ ਅੰਦਰ ਮੈਲ ਨਾ ਉਤਰੇ, ਹੋਮੇ ਫਿਰ
ਆਵੇ ਜਾਵੇ। ਹੰਕਾਰ ਆਈ ਜਾਂਦਾ, ਮੈਂ ਬਾਬਾ ਮੈਨੂੰ ਲੋਕ ਮੱਥਾ ਟੇਕ ਰਹੇ ਆ। ਅੱਛਾ, ਹੰਕਾਰ ਉਹਦੇ ਅੰਦਰ ਕੌਣ ਪੈਦਾ ਕਰ ਰਿਹਾ? ਕਿਉਂਕਿ ਅਸੀਂ ਡੇਰੇਦਾਰ ਨੂੰ ਗੁਰੂ ਮੰਨਦੇ ਆ, ਸ਼ਬਦ ਨੂੰ ਗੁਰੂ ਨਹੀਂ ਮੰਨਦੇ। ਸਾਡੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 40 ਸ਼ਬਦ, ਜਿਹੜੇ 40 ਸ਼ਬਦ ਆ ਸਾਡੇ ਗੁਰੂ ਨੇ। ਉਸ ਤੋਂ ਬਾਅਦ 40 ਸ਼ਬਦਾਂ ਤੋਂ 1430 ਅੰਕ ਬਣੇ ਹੋਏ ਆ। ਜੇ ਕਿਸੇ ਨੂੰ ਫਿਰ ਕਹਿਣਾ ਸ਼ੱਕ ਹੋਵੇ, ਇੱਕ ਇੱਕ ਅੱਖਰ ਤੋਂ, ਇੱਕ ਇੱਕ ਗੱਲ ਤੋਂ ਸਾਬਤ ਕਰ ਦਿਆਂ ਕਿ 40 ਸ਼ਬਦਾਂ ਦਾ ਮੂਲ ਕੀ ਆ। 40 ਸ਼ਬਦਾਂ ਦੇ ਵਿੱਚ ਉਹ ਕਿਹੜੀ ਚੀਜ਼ ਐਸੀ ਆ ਜਿੱਥੋਂ 1430 ਅੰਕ ਬਣ ਗਏ। ਠੀਕ ਆ, ਸਾਦਾ ਅੰਗੇ ਚ ਸੁਣਿਓ। ਮਹਾਰਾਜ ਕਹਿੰਦੇ ਅੰਦਰ ਮੈਲ ਨਾ ਉਤਰੇ, ਹੋਮੇ ਫਿਰ ਆਵੇ ਜਾਵੇ। ਹੰਕਾਰ ਦੇ ਵਿੱਚ ਆਈ ਜਾਂਦਾ, ਜਾਈ ਜਾਂਦਾ, ਮਰੀ ਜਾਂਦੇ, ਜਾਈ ਜਾਂਦੇ। ਹੰਕਾਰ ਦੇ ਵਿੱਚ ਬਾਬੇ ਬਣਦੇ ਆ, ਜ਼ਿੰਦਗੀ ਸੌਖੀ ਨਿਕਲ ਜਾਂਦੀ ਆ। ਸੌਖੀ ਨਹੀਂ ਨਿਕਲਦੀ, ਯਾਦ ਰੱਖਿਓ। ਹਰ ਇੱਕ ਬਾਬਾ ਜਾਣ ਕੇ ਦਵਾਈਆਂ ਤੇ ਟਿਕਿਆ ਹੋਇਆ ਆ। ਹਰ ਇੱਕ ਬਾਬਾ ਦਵਾਈ ਖਾ ਕੇ ਚੱਲਦਾ ਆ। ਕਿਸੇ ਨੂੰ ਸ਼ੂਗਰ ਆ, ਕਿਸੇ ਦਾ ਬਲੱਡ ਪ੍ਰੈਸ਼ਰ ਉੱਪਰ ਹੋਈ ਜਾਂਦਾ, ਕਿਸੇ ਦੀਆਂ ਹੱਡੀਆਂ ਦੁਖਦੀਆਂ, ਕਿਸੇ ਦੇ ਗੋਡੇ ਦੁਖਦੇ ਆ। ਅੱਛਾ, ਜਿਹੜੇ ਬਾਬੇ ਆਪ ਨਹੀਂ ਗੋਡੇ ਠੀਕ ਕਰ ਸਕਦੇ ਤਾਂ ਅਸੀਂ ਜਾ ਕੇ ਕੀ ਕਰਦੇ ਆ? ਬਾਬੇ ਦੇ ਗੋਡੀਆਂ ਹੱਥ ਲਾ ਕੇ ਕਹਿੰਦੇ ਬਾਬਾ ਜੀ ਸਾਡੇ ਗੋਡੇ ਠੀਕ ਹੋ ਜਾਣ। ਬਾਣੀ ਪੜ੍ਹ ਲਓ ਇੱਕ ਵਾਰੀ ਮੇਰੇ ਸਤਿਗੁਰ ਜੀ ਦੀ, ਤੁਹਾਨੂੰ ਪਤਾ ਲੱਗ ਜਾਣਾ ਬਾਬਾ ਕੀ ਆ ਤੇ ਗੋਡੇ ਕੀ ਆ, ਬਾਣੀ ਕੀ ਆ, ਗੋਡੇ ਕੀ ਆ, ਤੁਸੀਂ ਕੀ ਆ। ਤੁਹਾਡੇ ਸਰੀਰ ਦੇ ਅੰਦਰ ਇਹ ਐਸੀ ਮੂਰਤ ਬਣਾਈ ਰੱਬ ਨੇ। ਤੁਹਾਡੇ ਸਰੀਰ ਦੇ ਅੰਦਰ ਹਰ ਇੱਕ ਚੀਜ਼ ਰਿਪੇਅਰ ਕਰਨ ਵਾਸਤੇ ਤੁਹਾਨੂੰ ਗੁਰੂ ਨੇ ਗਿਆਨ ਦਿੱਤਾ ਹੋਇਆ ਆ। ਤੁਸੀਂ ਇਹਨੂੰ ਆਟੋਮੈਟਿਕ ਰਿਪੇਅਰ ਕਰ ਸਕਦੇ ਆ ਆਪਣੇ ਅੰਦਰ। ਜੇ ਤੁਸੀਂ ਸੱਚੀ ਚਾਹੁੰਦੇ ਆ, ਪੜ੍ਹ ਲਓ ਆਪ। ਅੱਛਾ, ਅੱਗੇ ਸੁਣਿਓ ਫਿਰ। ਮਹਾਰਾਜ ਕਹਿੰਦੇ ਨਿੰਦਾ ਨੀਂਦ ਵਿਆਪੇ ਕਾਮ ਸੰਤਾਪੈ। ਨੀਂਦ ਵਿਆਪੇ ਕਾਮ ਸੰਤਾਪੈ, ਮੁਖੋਂ ਹਰ ਕਰਾਵੇ। ਸਾਰਿਆਂ ਨੂੰ ਕਹਿੰਦਾ ਜਪੋ ਜੀ ਵਾਹਿਗੁਰੂ। ਮਹਾਰਾਜ ਕੀ ਕਹਿੰਦੇ ਆ? ਕਹਿੰਦੇ ਨੀਂਦ, ਧਿਆਨ ਕਰਿਓ, ਨੀਂਦ ਵਿਆਪੇ ਕਾਮ, ਨੀਂਦ ਵਿਆਪੇ ਕਾਮ ਸੰਤਾਪੈ, ਮੁਖੋਂ ਹਰ ਕੀ ਕਰਦਾ? ਬੁਲਾਉਂਦਾ। ਕਹਿੰਦਾ ਬੋਲੋ ਜੀ। ਫਿਰ ਕਿੱਦਾਂ ਸਾਡੀ ਸਮਾਧੀ ਲਾਉਂਦੇ ਆ? ਸਤਨਾਮ ਬੋਲੋ ਜੀ, ਸਤਨਾਮ ਸ਼੍ਰੀ ਵਾਹਿਗੁਰੂ 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 ਵਾਹਿਗੁਰੂ। ਅੱਛਾ, ਤੁਹਾਨੂੰ ਵਾਹਿਗੁਰੂ ਕਰਾ ਕੇ ਲੋਕਾਂ ਨੇ, ਉਹਨਾਂ ਬਾਬਿਆਂ ਨੇ ਵਾਹਿਗੁਰੂ ਕਰਾ ਕੇ, ਸਤਨਾਮ ਕਰਾ ਕੇ ਉਹਦੇ ਜਿਹੜੇ ਅਰਥ ਆ ਸਤਨਾਮ ਦੇ, ਉਹ ਨਹੀਂ ਦੱਸਣੇ। ਬਈ ਸਤਨਾਮ ਦੇ ਵਿੱਚ ਸੱਸਾ ਕਿਉਂ ਵਰਤਿਆ ਗਿਆ, ਤੱਤਾ ਕਿਉਂ ਵਰਤਿਆ ਗਿਆ, ਨੰਨੇ ਨੂੰ ਕੰਨਾ ਕਿਉਂ ਲਾਇਆ ਗਿਆ, ਮੰਮਾ ਕਿਉਂ ਲਾਇਆ ਗਿਆ। ਅਰਥ ਨਹੀਂ ਦੱਸਣੇ ਤੁਹਾਨੂੰ ਇਹਨਾਂ ਲੋਕਾਂ ਨੇ। ਕੀ ਕਰਨਾ? ਜਪੋ ਜੀ, ਇਹਦੇ ਨਾਲ ਹੋ ਜਾਣਾ, ਕੁਛ ਨਹੀਂ ਹੋਣਾ। ਧਿਆਨ ਕਰਿਓ, ਜਿੰਨਾ ਚੱਕ ਸਮਝਦੇ ਨਹੀਂ। ਮਹਾਰਾਜ ਕਹਿੰਦੇ ਫੇਰ ਕੀ ਕਰਦੇ ਆ? ਵੈਸ਼ਨੋ, ਇੱਥੇ ਸੁਣਿਓ ਧਿਆਨ ਦੇ ਨਾਲ। ਵੈਸ਼ਨੋ ਨਾਮ ਕਰਮ, ਵੈਸ਼ਨੋ ਨਾਮ ਕਰਮ ਹੋਂ ਜੁਗਤਾ ਤੈ ਟੁੱਟੇ। ਧਿਆਨ ਕਰਿਓ, ਆਪਣੇ ਆਪ ਨੂੰ ਕੀ ਸਮਝਦਾ ਆ। ਇਹ ਸਾਰੀ ਜਿਹੜੀ ਵੀ ਵਿਚਾਰ ਲਿਖੀ ਹੋਈ ਆ, ਮਹਾਰਾਜ ਕਹਿੰਦੇ ਉਹਨਾਂ ਦੀ ਗੱਲ ਹੋ ਰਹੀ ਆ ਜਿਹੜੇ ਅੰਦਰੋਂ ਅੰਨੇ, ਬਾਹਰੋਂ ਅੰਨੇ, ਬਾਹਰੋਂ ਅੰਨੇ, ਅੰਦਰੋਂ ਅੰਨੇ। ਜਿਹੜੇ ਲੋਕ ਜਿਨ੍ਹਾਂ ਨੂੰ ਪਤਾ ਨਹੀਂ ਬਾਹਰ ਕੀ ਹੋ ਰਿਹਾ, ਅੰਦਰ ਕੀ ਹੋ ਰਿਹਾ, ਉਹ ਫਿਰ ਮਾਇਆ ਦੇ ਪਿੱਛੇ ਲਾ ਕੇ ਕਰਮਕਾਂਡ ਕਰਕੇ ਲੋਕਾਂ ਦੇ ਮਾਈਂਡ ਨੂੰ ਹੈਂਗ ਕਰਕੇ ਗੁਲਾਮ ਕਰਦੇ ਨੇ। ਉਹਨਾਂ ਨੂੰ ਪਤਾ ਹੀ ਨਹੀਂ ਕੁਦਰਤ ਕੀ ਆ। ਉਹਨਾਂ ਨੂੰ ਪਤਾ ਹੀ ਨਹੀਂ ਜਨਮ ਕਿੱਦਾਂ ਲੇਖੇ ਲਾਉਣਾ। ਉਹਨਾਂ ਨੂੰ ਪਤਾ ਹੀ ਨਹੀਂ ਨਾਮ ਤੇਰੇ ਕੀ ਜੋਤ ਲਗਾਈ, ਨਹੀਂ ਪਤਾ ਉਹਨਾਂ ਨੂੰ। ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਆ, ਤੇ ਜੇ ਤੁਸੀਂ ਏਦਾਂ ਸਮਝ ਲਓ, ਹੈਨਾ, ਮਹਾਰਾਜ ਕਹਿੰਦੇ ਕਿਆ ਫੁੱਲ ਪਾਵੈ, ਹੈਨਾ। ਇਹ ਲੋਕ ਏਦਾਂ ਦੇ। ਅੱਗੇ ਮਹਾਰਾਜ ਕੀ ਕਹਿੰਦੇ ਆ? ਮਹਾਰਾਜ ਕਹਿੰਦੇ ਹੰਸਾਂ ਵਿੱਚ ਬੈਠੇ ਬੰਗਲਾ। ਧਿਆਨ ਕਰਿਓ, ਹੰਸਾਂ ਦੇ ਵਿੱਚ ਬੰਗਲਾ ਬੈਠਾ। ਹੰਸ ਜਿਹੜਾ ਆ, ਹੰਸ ਦੀ ਖੁਰਾਕ ਜਿਹੜੀ ਆ ਸਮੁੰਦਰ ਤੇ ਜਾ ਕੇ ਹੀਰੇ ਜਵਾਹਰਤ ਖਾਂਦਾ ਆ। ਜਿਹੜਾ ਬੰਗਲਾ ਆ ਉਹ ਮੱਛੀ ਖਾਂਦਾ ਆ, ਮੱਛੀਆਂ ਛੱਪੜ ਤੋਂ, ਡੱਡੂ। ਠੀਕ ਹੈ, ਬੰਗਲੇ ਦੀ ਖੁਰਾਕ ਇਹ ਆ। ਲੇਕਿਨ ਜਿਹੜਾ ਸਰੋਵਰ ਤੇ ਹੰਸ ਰਹਿੰਦਾ ਆ, ਉਹਦੀ ਖੁਰਾਕ ਕੀ ਆ? ਜਿਹੜਾ ਗਿਆਨੀ ਆ, ਸਮਝਾਉਣ ਦਾ ਤਰੀਕਾ ਆ।
ਤੇ ਸ਼ਕਲ ਦੋਨਾਂ ਦੀ ਇੱਕੋ ਜਿਹੀ ਆ। ਅਸੀਂ ਸਾਰੇ ਬੰਦੇ ਇੱਕੋ ਜਿਹੇ ਆ, ਇਨਸਾਨ ਦਾੜੇ ਸਾਰਿਆਂ ਦੇ ਰੱਖੇ ਹੋਏ ਆ। ਹੁਣ ਇਹਨਾਂ ਚੋਂ ਕਿੱਦਾਂ ਪਤਾ ਲੱਗੂਗਾ ਕਿ ਬੰਗਲਾ ਕਿਹੜਾ ਆ? ਸਾਰੇ ਜੇ ਇਹਦਾ ਬਿਠਾ ਲਈਏ ਆਪਾਂ ਸਾਰੇ ਸਿੱਖ, ਫਰਜ਼ ਕਰੋ ਸਾਰੇ ਵਿੱਚੇ ਮੈਂ ਹੋਵਾਂ, ਵਿੱਚੇ ਤਾਂ ਸਾਰੇ ਬੈਠੇ ਹੋਈਏ, ਦਾੜੀਆਂ ਵਾਲੇ ਪੱਗਾਂ ਦੇ ਉਹ ਸਾਰੇ ਬਣਾ, ਸਾਰੇ ਇੱਕੋ ਜਿਹੇ ਲੱਗਣੇ ਆ। ਤੇ ਮਹਾਰਾਜ ਕਹਿੰਦੇ ਹੰਸ ਵਿੱਚ ਬੈਠਾ ਬੰਗਲਾ ਬੰਗ, ਠੀਕ ਹੈ, ਬੰਗ ਨਾ ਬਣਾਈ ਨਿਤ ਬੈਠੇ ਮੱਛੀ ਨੂੰ ਤਾੜੀ ਲਾਵੇ। ਤਾੜਦਾ ਆ, ਭਾਵੇਂ ਹੀ ਹੰਸਾਂ 'ਚ ਬੈਠਾ ਹੋਇਆ, ਪਰ ਜਦੋਂ ਬੰਗਲੇ ਦੇ ਮੂਹਰੇ ਮੱਛੀ ਲੰਘਣੀ ਹੈ ਨਾ, ਉਹਨੇ ਮੱਛੀ ਖਾਣੀ ਆ। ਕੀ ਆ ਮੱਛੀ? ਬੰਗਲਾ ਕੌਣ ਆ? ਬੰਗਲੇ ਦਾ ਮਤਲਬ ਜਿਹੜਾ ਮਾਇਆ ਦੇ ਨਾਲ ਮੋਹਿਆ ਹੋਇਆ ਬੰਦਾ, ਜਿਹੜਾ ਮਾਇਆ ਦੇ ਰਸਿਆ ਹੋਇਆ ਬੰਦਾ, ਉਹਨੇ ਹਮੇਸ਼ਾ ਹੀ ਚਲਾਕੀ ਕਰਨੀ ਆ ਕਿ ਮੈਨੂੰ ਮਾਇਆ ਕਿੱਦਾਂ ਆਉਣੀ ਆ। ਤਾਂ ਜਿਹੜੇ ਹੰਸ ਹੁੰਦੇ ਆ ਉਹ ਭਾਵੇਂ ਕਿੱਥੇ ਬਹਿ ਜਾਣ, ਉਹ ਮੱਛੀ ਨਹੀਂ ਖਾਂਦੇ ਕਦੀ, ਉਹ ਡੱਡੂ ਨਹੀਂ ਖਾਂਦੇ। ਯਾਦ ਰੱਖਿਓ, ਜਿਹੜੀ ਹੰਸ ਦੀ ਖੁਰਾਕ ਹੈ ਉਹ ਵੱਖਰੀ ਆ, ਜਿਹੜਾ ਸਿੱਖ ਆ ਉਹਦੀ ਖੁਰਾਕ ਵੱਖਰੀ ਆ। ਉਹ ਕਦੀ ਵੀ ਛੱਪੜ ਤੇ ਵੀ ਬਹਿ ਜਾਵੇ ਮੱਛੀ ਨਹੀਂ ਖਾਊਗਾ, ਕਦੀ ਮੱਛੀਆਂ ਤੇ ਚੁੰਝ ਨਹੀਂ ਮਾਰੂਗਾ। ਇੱਥੇ ਮਹਾਰਾਜ ਲਿਖਿਆ ਹੋਇਆ ਹੰਸ ਵਿੱਚ ਬੈਠਾ ਬੰਗਲਾ ਨਾ ਬਣਾਈ ਨਿਤ ਬੈਠਾ ਮੱਛੀ ਨੂੰ ਤਾੜੀ ਲਾਵੇ। ਭਾਵੇਂ ਹੰਸਾਂ ਦੇ ਵਿੱਚ ਬੰਦਾ ਬੈਠਾ ਆਪਣੇ ਆਪ ਨੂੰ ਸਿੱਖ ਕਹਾਈ ਜਾਂਦਾ ਆ, ਪਰ ਉਹਦੀਆਂ ਕਰਤੂਤਾਂ ਤੋਂ, ਉਹਦੇ ਕੰਮਾਂ ਤੋਂ, ਉਹਦੀ ਸੋਚ ਤੋਂ ਫੱਟ ਪਤਾ ਲੱਗ ਜਾਣਾ ਵੀ ਇਹ ਬੰਗਲਾ ਆ। ਅੱਛਾ, ਬੰਗਲਾ ਹੰਸਾਂ ਦਾ ਝੁੰਡ ਸੀ, ਉਹਦੇ ਵਿੱਚ ਬੰਗਲਾ ਬੈਠਾ ਤਾਂ ਪਛਾਣਿਆ ਗਿਆ। ਬੈਠਾ ਸਮੁੰਦਰ ਤੇ, ਮੱਛੀ ਦਾ ਸਮੁੰਦਰ 'ਚ ਵੀ ਹੁੰਦੀ ਆ, ਠੀਕ ਆ। ਹੁਣ ਜਿਹੜਾ ਹੰਸ ਆ ਉਹ ਕੀ ਲੱਭ ਰਿਹਾ? ਮੱਤ ਵਿੱਚ ਰਤਨ ਜੋਹਾਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ। ਮੱਤ ਵਿੱਚ ਰਤਨ ਜੋਹਾਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਅੱਛਾ, ਝੁੰਡ ਦੇ ਵਿੱਚ ਬੰਗਲਾ ਆ ਕੇ ਬਹਿ ਗਿਆ। ਬੰਗਲੇ ਨੇ ਜਦੋਂ ਦੇਖਿਆ, ਪਛਾਣ ਕਿੱਦਾਂ ਹੋਇਆ ਝੁੰਡ ਨੂੰ, ਕਿੱਦਾਂ ਪਤਾ ਲੱਗਾ? ਕਿਉਂਕਿ ਸ਼ਕਲ ਇੱਕੋ ਜਿਹੀ ਸੀ। ਅਸੀਂ ਸਾਰੇ ਜਦੋਂ ਦਾੜੀ ਰੱਖ ਲੈਂਦੇ ਆ, ਕੇਸ ਪੱਗ ਬੰਨ ਲੈਂਦੇ ਆ, ਸਾਰੇ ਇੱਕੋ ਜਿਹੇ ਹੋ ਜਾਂਦੇ ਆ। ਹੁਣ ਅਸੀਂ ਸਾਰੇ ਏਦਾਂ ਕੀ ਕਰਦੇ ਆ? ਅਸੀਂ ਸਾਰੇ ਏਦਾਂ ਸੋਚਦੇ ਆ ਵੀ ਸਾਡੇ ਨੇ ਨਾ ਜਿਹੜੇ ਸਿੱਖ ਆ, ਸਾਡੇ ਸਿੱਖ ਹੀ ਪਿੱਠ ਛੁਰਾ ਮਾਰਦੇ ਆ। ਹੁਣ ਜਿੰਨੇ 84 ਦੇ ਲਾਗੇ ਸਾਰੇ ਜਿਨ੍ਹਾਂ ਨੇ ਕਹਿਰ ਕੀਤੇ ਆ, ਜਿਨ੍ਹਾਂ ਲੋਕਾਂ ਨੇ ਜ਼ੁਲਮ ਕੀਤੇ ਆ ਪੰਜਾਬ ਤੇ, ਉਹਨਾਂ ਲੋਕਾਂ ਦੀਆਂ ਸ਼ਕਲਾਂ ਕਿੱਦਾਂ ਦੀਆਂ ਆ? ਕਿੱਦਾਂ ਦੀਆਂ ਸ਼ਕਲਾਂ ਉਹਨਾਂ ਦੀਆਂ? ਸਾਰਿਆਂ ਦੀਆਂ। ਬੇਅੰਤ ਸਿੰਘ ਕਿੱਦਾਂ ਸੀ? ਵੀ ਜਾਣ ਕੇ ਮੋਨਾ ਸੀ। KPS ਗੱਲ ਕੌਣ ਸੀ? ਮੋਨਾ ਸੀ। ਹੁਣ ਇੱਥੇ ਗੱਲ ਪਛਾਣਨ ਦੀ ਆ। ਮਹਾਰਾਜ ਕਹਿ ਰਹੇ ਆ ਹੰਸ ਵਿੱਚ ਬੈਠਾ ਬੰਗਲਾ ਬਣਾਈ ਨਿਤ ਬੈਠਾ ਮੱਛੀ ਨੂੰ ਤਾੜਦਾ ਆ। ਕਿ ਇਹਨਾਂ ਦੇ ਵਿੱਚੋਂ, ਹੰਸਾਂ ਦੇ ਵਿੱਚੋਂ ਕਿਹਦੀ ਨੀਤ ਮਾੜੀ ਆ? ਉਹ ਤਾੜ ਕੇ ਕਿੱਥੇ ਲਿਆਂਦਾ? ਫਿਰ ਉਹਨੂੰ ਕੁੰਡੀ ਨਾਲ ਫਸਾਉਂਦਾ। ਉਹ ਫਿਰ ਕਿੱਥੇ? ਨਾਗਪੁਰ ਤੋਂ ਕੁੰਡਾ ਵੱਜਦਾ ਸਿੱਧਾ। ਜਿੱਦਾਂ ਹੁਣ ਤੁਹਾਨੂੰ ਪਤਾ, ਦੇਖਿਆ ਤੁਸੀਂ, ਦੇਖਿਆ ਨਹੀਂ ਆ ਕਿੱਦਾਂ ਆਪਣੇ ਆਪ ਨੂੰ ਸਿੱਖ ਕਹਾਉਣ ਵਾਲਾ ਮਨਜਿੰਦਰ ਸਿੰਘ ਸਰਸਾ, ਕੀ ਹੋਇਆ? ਕਿਉਂ ਇਦਾਂ ਦੇ ਕਰਮ ਕਰਦੇ ਆ ਕਿ ਤੁਹਾਡੇ ਤੇ ਕੋਈ ਜ਼ੋਰ ਪਾ ਸਕੇ? ਯਾਰ ਤੁਸੀਂ ਆਪਣੇ ਆਪ ਨੂੰ ਉੱਚਾ ਦਿਖਾਉਣ ਵਾਸਤੇ, ਆਪਣੇ ਆਪ ਨੂੰ ਵੱਡਾ ਦਿਖਾਉਣ ਵਾਸਤੇ ਆਪਣਾ ਬਿਜ਼ਨਸ ਐਡਾ ਵੱਡਾ ਕਰ ਲਿਆ। ਹੁਣ ਜਦੋਂ ਅਗਲਿਆਂ ਨੇ ਕਿਹਾ ਵੀ ਹਾਂ ਪਰਚੇ ਪਾ ਕੇ ਜੇਲ੍ਹ ਜਾਂ ਸਾਡੀ ਪਾਰਟੀ, ਹੁਣ ਕੀ ਹੋਇਆ? ਹੁਣ ਬੰਗਲਿਆਂ ਦੇ ਵਿੱਚ, ਹੰਸਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸੋਚ ਤੇ ਹਰ ਗੱਲ ਕਰਨ ਵਾਲਾ ਬੰਦਾ ਹੁਣ ਕੀ ਆ? ਹੰਸ ਗੁਰੂ ਗ੍ਰੰਥ ਸਾਹਿਬ ਦੇ ਸਿੱਖ। ਧਿਆਨ ਕਰਿਓ, ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹਦੇ ਆ, ਫਿਰ ਮੈਂ ਕਹਿੰਦਾ ਧਿਆਨ ਕਰਿਓ, ਹੰਸ ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਆ ਲੋਕ, ਉਹ ਹੰਸ ਆ। ਉਹਨਾਂ ਦੇ ਵਿੱਚ ਇੱਕ ਬੰਗਲਾ ਆ ਕੇ ਬਹਿ ਗਿਆ। ਹੁਣ ਕਿੱਦਾਂ ਕਵਾਂਗੇ? ਇਹ ਜਿਹੜਾ ਦਿੱਲੀ ਤੋਂ ਜਿਹੜਾ ਜਾ ਕੇ ਕਿੱਥੇ ਬਹਿ ਗਿਆ, ਉਹਨੇ ਹੁਣ ਯਾਦ ਰੱਖਿਓ, ਮਹਾਰਾਜ ਕਹਿੰਦੇ ਹੰਸਾਂ ਵਿੱਚ ਬੈਠਾ ਬੰਗਲਾ ਬਣਾਈ ਨਿਤ ਬੈਠਾ ਮੱਛੀ ਨੂੰ ਤਾੜਦਾ ਆ। ਵੀ ਕਿਹੜੇ ਬੰਦੇ ਵਿਕਣ ਵਾਲੇ ਆ? ਉੱਥੇ ਬੰਗਲਾ ਮੱਛੀ ਖਾ ਰਿਹਾ, ਜਿਹੜਾ ਚੁੰਝ ਮਾਰਦਾ ਆ। ਹੰਸਾਂ ਦੀ ਖੁਰਾਕ ਨਹੀਂ ਹੈਗੀ ਮੱਛੀ। ਹੰਸਾਂ ਦੀ ਖੁਰਾਕ ਮੱਤ ਵਿੱਚ ਰਤਨ ਜੋਹਾਰ ਮਾਨਕ, ਉਹ ਪਹਿਚਾਣ ਕਰਦੇ ਆ ਮੋਤੀਆਂ ਦੀ, ਹੀਰਿਆਂ ਦੀ।
याद करो हंसां दी जिहड़ी आ, हंस एवें नहीं किया, पर उन्हां दे विच बह के शक्ल बंगले दी बिल्कुल हंस वर्गी आ। पर महाराज कहंदे की करदा ओ, मच्छी नूं ताड़ लावे। भी किहड़े लोग विकण वाले ने इन्हां दे विचों। हुण जिवें सरसा जी दिल्ली तो चले गए उन्हां च, हुण उहनूं पता आ भी किहड़े किहड़े बंदे विकण वाले आ। उन्हां ने उहदे विचों कित्थे लिजाणे, फिर बीज लिजाणे आ। हुण बाणी तां सानूं इदां समझाउंदी सी, पर होया की साडे नाल बहुत वड्डा धोखा होया। ਉਹ ब्राह्मण आके बाणी दे उत्ते कब्जा करके बह गया। जे नहीं तो साबित कर देंगे। ये जिन्ने बैठे हुए ना, अज तक इन्होंने धन धन श्री गुरु ग्रंथ साहिब की बाणी नहीं सुनाई, जिन्होंने गुरु नानक साहब ने बार बार लिखिया वे नानक भगतां सदा विगास, सुनिया दुख पाप का नास, 4 बारी लिखिया। इन्हां लोकां ने धक्के नाल उन्हां दी सोच नूं अगे लिजाण वाले लोग, उन्हां दे कबीलियां दे लोग चमार चूड़े कह के उन्होंने धक्के नाल दूर धक्किया। बाबा जीवन सिंह जी का जन्मदिन आना, कौन सी बाबा जीवन सिंह जी पता सानू? जदों 9वें पातशाह जी, उस वेले 10वें पातशाह की उम्र किन्नी सी? वो जेड़ा टाइम आ जदों 9वें पातशाह की शहीदी हुंदी आ, 10वें पातशाह की उम्र 10 साल आ, या 9 साल आ, 10 साल आ, कोई 10 साल कहता, कोई 9 साल कहता, कोई 11 साल कहता। सुनियो ध्यान दे नाल। हुण 10 साल के बच्चे नूं 16 साल 17 साल 18 साल तक जिहड़ा ये पीरियड आ इस उम्र दा, उहदे विच सिੱਖੀ नूं कौन चला रहा आ? 9वें पातशाह जी की शहीदी हो चुकी आ। उहदे विचला जिहड़ा पीरियड आ, जिहनूं गुरु का बेटा रंग रेटा कहा सी ना, वो कौन आ? 10 साल तो ला के 16 17 18 साल तक गुरु गोबिंद सिंह जी उम्र आ 8-9 साल जिहड़ा पीरियड आ सिੱਖੀ दा, उहनूं कौन लीड कर रहा? असीं कदी सोचिया? इन्हां लोकां ने की कीता जिहड़े अपने आप नूं कहिंदे आ बई असीं गुरु ग्रंथ साहिब जी की बाणी दसांगे किद्दां पढ़नी है ते किद्दां अर्थ होने आ। इन्हां लोकां ने की कीता, जिहड़ा बाबा जीवन सिंह दा जीवन सी उहनां नूं पिछे ही शहीद कर दिता। मोहरे ले आंदा बाबा जीवन सिंह जट, अपनी कुल दे नाल जोड़ लिया। हुण जेड़े गुरु के बेटे सी, रंग रेटे सी, उन्होंने की कीता? उन्होंने बाबा सिंह जीवन सिंह जी दा पूरा इतिहास लभ के पद्धरे रख दिता। हुण जे असीं इहदा काम करिए इतिहास दे उत्ते, जे असीं काम करिए गुरु ग्रंथ साहिब दी बाणी दे उत्ते बई आ गल्लां लिखियां होईयां आ, तां लोग आपे ही यार याद रखियो गल, ना गुरु ग्रंथ साहिब जी विच कोई जात आ। याद रखियो, गुरु ग्रंथ साहिब जी दे विचों सोच प्रगट होनी आ। ध्यान नाल सुन लियो, गुरु ग्रंथ साहिब जी दे विचों सोच प्रगट होनी आ। जिहड़ी गल समझाई होई ना, बंगलिया हंसां विच बैठा बंगला ना बनाई, बिच बह गया आ गया। ते महाराज ने करदा की आ, नित बैठा मच्छी नूं ताड़ लावे। ओदी जिहड़ी सोच है ना, वो गंदी, वो बस ताड़दा पिया भी किहड़ा विकण वाला बंदा है इन्हां चों। अच्छा, हुण साडे वर्गे सिख बना के छड्ड दित्ते अगलियां ने, कित्थे बिठाए? साडे वर्गे आ, दाड़ियां भी पूरियां उन्हां दे, पग्गां भी बन्नियां होईयां। ते महाराज कहंदे इदां दे तो बचना आ। महाराज कहंदे जां हंस सभे विचारी, जेड़े भी हंस जदों देखिया भी ये यार साडे च पाड़ पा रहा बंदा, पर साडे सिख हंस होए नहीं। जे गुरु ग्रंथ साहिब दी बाणी नूं पढ़दे, जे गुरु ग्रंथ साहिब दी बाणी नूं लागू करदे अपने ते, फेर ही ना लोकां ने हंस होना सी। महाराज कहंदे जां हंस होए, जां हंस सभे विचारी कर देखण। फिर सारे जिहड़े हंस सी उन्होंने विचार की कि यार आपां आ चीज़ खाने आ, आपां शब्द दी विचार करदे आ, पर ये जिहड़ा बंदा आ गल्लां कित्थों आ गईयां साडे च? भी आ जिहड़ियां गल्लां आ साडे च कित्थों आ गईयां? आ जिहड़ा भुखे लिखण वाला आ, जिन्हां ने सिੱਖੀ चलाई, जिन्हां ने सिੱਖ विचारधारा लैके आंदी, जिन्हां ने भुखे लिखिया बई साडे जिहड़े सिੱਖ सीगे उन हंस वाली सोच हुंदी तां लिख सोचदे, इन्हां ने सोचिया ही नहीं। स्कूलों के पढ़ाया गया उन्होंने कि भुखे साधुआं लंगर छकाया।
ਤਾਂ ਇਹ ਲੋਕ ਬਿਸ਼ਰਮ ਰਹਿ ਗਏ ਕੀ ਕਰਨ ਵਾਲੇ, ਭਲੇ ਹੀ ਸੋ ਨਿਹਾਲ ਸਤਿ ਸ੍ਰੀ ਅਕਾਲ ਕਰਨ ਵਾਲੇ। ਹੁਣ ਮਹਾਰਾਜ ਕਹਿੰਦੇ ਜਾਂ ਹੰਸ ਸਭੇ ਵਿਚਾਰ ਕਰ ਦੇਖਣ। ਕਿਹਨੇ ਕਰਕੇ ਵਿਚਾਰ ਦੇਖਣੀ ਸੀ ਵੀ ਇਹਨਾਂ ਨੂੰ ਭੁੱਖੇ ਲਿਖਣ ਵਾਲਾ ਕੌਣ ਆ, ਪਰ ਨਹੀਂ ਵਿਚਾਰ ਕੀਤੀ। ਕਿਉਂ? ਉਹ ਕੋਈ ਨਹੀਂ, ਕਿਹੜਾ ਆਪਾਂ ਨੂੰ ਕਹਿੰਦੇ ਆ, ਇਹ ਤਾਂ ਸ਼ੂਦਰਾਂ ਨੂੰ। ਉਹ ਯਾਰ ਉਹ ਤਾਂ ਯਾਦ ਰੱਖ ਲਿਓ, ਮੈਂ ਫਿਰ ਕਹਿੰਦਾ ਬੰਦੇ ਬਣ ਜਾਓ। ਮਹਾਰਾਜ ਕਹਿੰਦੇ ਆ ਜੇ ਹੰਸ ਵਾਲੀ ਵਿਰਤੀ ਹੋਵੇ ਤੁਹਾਡੇ ਵਿੱਚ ਬਹਿ ਕੇ ਸਿੱਖੀ ਦਾ ਬੇੜਾ ਗਰਕ ਕਰ ਰਹੇ ਲੋਕ। ਮਹਾਰਾਜ ਕਹਿੰਦੇ ਜਾਂ ਹੰਸ ਸਭੇ ਵਿਚਾਰ ਕਰ ਦੇਖਣ। ਸੋਚਦੇ ਸੀ ਬਈ ਇਹ ਕੀ ਹੋ ਰਿਹਾ। ਇਹਨਾਂ ਲੋਕਾਂ ਨੇ ਹੰਸ ਵਾਲੀ ਸੋਚ ਨਹੀਂ ਸੀ ਇਹਨਾਂ ਕੋ। ਲੋਕਾਂ ਨੇ ਬ੍ਰਾਹਮਣ ਨੇ ਕੀ ਕੀਤਾ, ਕਿਤਾਬਾਂ ਦੇ ਵਿੱਚ ਭੁੱਖੇ ਲਿਖ ਕੇ, ਕਿਹਨਾਂ ਨੂੰ ਭੁੱਖੇ ਲਿਖਿਆ, ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਕਹਿ ਰਹੇ ਆ ਸਹੀ ਤੁਧ ਨੂੰ ਗਾਵਣ। ਮੇਰੇ ਮਾਲਕਾ ਜੇ ਤੈਨੂੰ ਸਹੀ ਗਾਉਣ ਵਾਲੇ ਆ ਇੱਕੋ ਹੀ ਨੇ, ਯਾਦ ਕਰਿਓ ਧਿਆਨ ਨਾਲ, ਸਹੀ ਤੁਧ ਨੂੰ ਗਾਵਣ ਜੋ ਤੁਧ ਭਾਵਣ ਰੱਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਣ ਸੇਵਾ ਚਿਤ ਨ ਆਵਣ ਨਾਨਕ ਕਿਆ ਵਿਚਾਰੇ। ਅੱਛਾ, ਇਹਨਾਂ ਲੋਕਾਂ ਨੇ ਹੰਸ ਵਾਲੀ ਵਿਰਤੀ ਪੈਦਾ ਨਹੀਂ ਕੀਤੀ। ਹੰਸ ਵਾਲੀ ਵਿਰਤੀ ਪੈਦਾ ਕਿੱਦਾਂ ਹੋਣੀ ਸੀ? ਬਾਣੀ ਦੇ ਨਾਲ। ਇਹਨਾਂ ਲੋਕਾਂ ਨੇ ਬਾਣੀ ਨਹੀਂ ਪੜ੍ਹੀ। ਇਹਨਾਂ ਲੋਕਾਂ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਗੇ ਹੋਰ ਪਏ ਹੋਏ ਗ੍ਰੰਥ, ਹੋਰ ਪਾਇਆ ਹੋਇਆ, ਉਸ ਬ੍ਰਾਹਮਣ ਨੇ ਸਾਡੇ ਵਿੱਚ ਪੁਆੜਾ। ਇਹਨਾਂ ਲੋਕਾਂ ਨੇ ਉਹ ਗ੍ਰੰਥਾਂ ਦੀ ਵਿਚਾਰਧਾਰਾ ਸ਼ੁਰੂ ਕਰ ਦਿੱਤੀ। ਸਾਰੀ ਇੱਕ ਸ਼ਬਦ ਬਾਣੀ ਦਾ ਸੁਣਦੇ ਇਹ ਲੋਕ, ਬਾਕੀ ਸਾਰੀ ਵਿਚਾਰਧਾਰਾ ਜੋ ਬ੍ਰਾਹਮਣ ਨੇ ਲਿਖ ਕੇ ਦਿੱਤਾ। ਬ੍ਰਾਹਮਣ ਯਾਦ ਰੱਖਿਓ ਜਿਹੜਾ ਨੀਤੀ ਘੜਦਾ ਆ, ਜਿਹੜੇ ਲੋਕਾਂ ਨੇ ਸਾਡੇ ਮਨੁੱਖਾਂ ਦੇ ਵਿੱਚ ਜਾਤਾਂ ਪਾਈਆਂ ਉਹਨੂੰ ਬ੍ਰਾਹਮਣ ਕਹਿ ਰਿਹਾ ਮੈਂ। ਇਹ ਸਾਰੀਆਂ ਤੁਹਾਨੂੰ ਗੱਲਾਂ ਕਿੱਥੋਂ ਮਿਲਣੀਆਂ? ਇਤਿਹਾਸ ਚੋਂ ਮਿਲਣੀਆਂ। ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਬਾਬਾ ਜੀਵਨ ਸਿੰਘ ਦਾ ਜਿਹੜਾ ਜੀਵਨ ਆ, ਬਾਬਾ ਜੀਵਨ ਸਿੰਘ ਦੀ ਜਿਹੜੀ ਜੀਵਨੀ ਆ, 10 ਸਾਲ ਦੀ ਉਮਰ ਦੇ ਵਿੱਚ, 10 ਸਾਲ ਦੀ ਉਮਰ ਸੀ ਗੁਰੂ ਗੋਬਿੰਦ ਸਿੰਘ ਜੀ ਦੀ। ਉਸ ਤੋਂ 9ਵੇਂ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਜੀ ਚਲੇ ਜਾਂਦੇ ਦੁਨੀਆ ਤੋਂ। ਉਹ ਜਿਹੜਾ 8 ਤੋਂ 10 ਸਾਲ ਦਾ ਪੀਰੀਅਡ ਆ, ਉਹਨੂੰ ਸਿੱਖੀ ਪੂਰੀ, ਸਿੱਖ ਡੋਰ ਪੂਰੀ, ਸਿੱਖ ਸੋਚ, ਸਿੱਖ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਾਂਭਣ ਵਾਲੇ, ਗੁਰੂ ਗ੍ਰੰਥ ਸਾਹਿਬ ਦੀ ਸਿੱਖ ਨੂੰ ਸੋਚ ਨੂੰ ਸਾਂਭਣ ਵਾਲੇ ਤੇ ਬਾਬਾ ਜੀਵਨ ਸਿੰਘ ਆ। ਠੀਕ ਆ, ਸਾਨੂੰ ਸਮਝ ਨਹੀਂ ਆ ਰਹੀ। ਅੱਛਾ ਹੁਣ ਸੁਣਿਓ, ਮਹਾਰਾਜ ਕਹਿੰਦੇ ਇਹਨਾਂ ਨੇ ਕੀ ਕਰਨਾ ਸੀ, ਜਾਂ ਹੰਸਾਂ ਸਭ ਵਿਚਾਰ ਕਰ ਦੇਖਣ। ਫਿਰ ਹੰਸਾਂ ਨੂੰ ਸੋਚ ਆਈ ਵੀ ਸਾਡੇ ਵਿੱਚ ਆ ਜਿਹੜੀ ਗੱਲ ਆ ਗਈ, ਇਹ ਭੁੱਖੇ ਕਿਹਨੇ ਲਿਖਿਆ, ਪਰ ਇਹਨਾਂ ਨੇ ਨਹੀਂ ਸੋਚਿਆ। ਪਰ ਜਾਨਵਰਾਂ ਦੀ ਸੋਚ ਆ ਗਈ ਵੀ ਯਾਰ ਹੈਗਾ ਸਾਡੇ ਵਰਗਾ ਆ, ਸ਼ਕਲ ਵੀ ਸਾਡੇ ਵਰਗੀ ਆ, ਬੰਗਲਾ ਸੇਮ ਹੰਸ ਵਰਗਾ ਆ, ਤੇ ਜਿੱਦਾਂ ਸਿੱਖ ਸਾਡੇ 'ਚ ਬੈਠੇ ਆ। ਹੁਣ ਮਾੜੀ ਵਿਚਾਰਧਾਰਾ ਦਾ ਪਤਾ ਕਿੱਦਾਂ ਲੱਗੂਗਾ ਸਾਨੂੰ? ਮਹਾਰਾਜ ਕਹਿੰਦੇ ਤਾਂ ਬੰਗਲਾ ਨਾ ਜੋੜ ਕਦੇ ਨਾ। ਠੀਕ ਹੈ ਬਈ, ਬੰਗਲੇ ਦਾ ਜੋੜ ਸਾਡੇ ਨਾਲ ਨਹੀਂ ਹੋ ਸਕਦਾ। ਇਹ ਮਾੜੀ, ਇਹਦੀ ਸੋਚ ਵੱਖਰੀ ਆ, ਸਾਡੇ ਨਾਲ ਨਹੀਂ ਮਿਲ ਸਕਦੀ। ਇਹਨੂੰ ਹੁਣ ਬਾਹਰ ਕਿੱਦਾਂ ਕੱਢਣਾ ਸੀ? ਹੁਣ ਜਿਹੜਾ ਸਾਡੀ ਸਿੱਖੀ 'ਚ ਬ੍ਰਾਹਮਣ ਬੜਿਆ ਹੋਇਆ, ਇਹਨੂੰ ਬਾਹਰ ਕਿੱਦਾਂ ਕੱਢਣਾ? ਇੱਕੋ ਹੀ ਤਰੀਕਾ ਆ ਸਾਧ ਸੰਗਤ ਜੀ। ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਮੈਂ ਹਮੇਸ਼ਾ ਹੀ ਹੱਥ ਜੋੜਦਾ ਰਹਿੰਦਾ ਤੁਹਾਡੇ ਮੋਹਰੇ, ਸਾਰਿਆਂ ਮੋਹਰੇ, ਕਿਉਂਕਿ ਤੁਸੀਂ ਮੈਂ ਤੁਹਾਨੂੰ ਸੰਗਤ ਜਿਹੜੀ ਆ ਉਹ ਰੱਬ ਦਾ ਰੂਪ ਆ। ਉਹਨਾਂ ਦੇ ਅੰਦਰ ਰੱਬ ਬੈਠਾ, ਉਹਨਾਂ ਦੇ ਅੰਦਰ ਆਤਮਾ ਜਾਗਦੀ ਆ। ਮੇਰੀ ਹੱਥ ਜੋੜ ਕੇ ਬੇਨਤੀ ਸਾਰਿਆਂ ਨੂੰ ਕਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪ ਪੜੋ। ਤੁਹਾਨੂੰ ਪਤਾ ਲੱਗ ਜਾਣਾ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਬੰਗਲਾ ਬੈਠ ਕੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਨਾਂ ਲੈ ਕੇ, ਬੰਗਲਾ ਕਿਹੜਾ ਆ ਤੇ ਹੰਸ ਕਿਹੜਾ ਆ। ਕਿਹੜਾ ਸਾਡੇ ਵਿੱਚ ਬਹਿ ਕੇ ਤਾੜੀ ਲਵਾ ਕੇ, ਸਾਡੇ ਹੀ ਭਰਾਵਾਂ ਨੂੰ ਲੜਾ ਕੇ, ਸਾਡੇ ਵਿੱਚ ਜਾਤਾਂ ਪਾਤਾਂ ਪਾ ਕੇ ਇਨਸਾਨਾਂ 'ਚ ਸਾਨੂੰ ਕਿਹੜਾ ਵੱਖਰਾ ਕਰਦਾ। ਤੁਹਾਨੂੰ ਪਤਾ ਲੱਗ ਜਾਣਾ ਬੰਗਲਾ ਕਿਹੜਾ ਆ ਤੇ ਹੰਸ ਕਿਹੜਾ ਆ। ਠੀਕ ਹੈ ਸਾਧ ਸੰਗਤ ਜੀ, ਵੀਡੀਓ ਮੈਂ ਲੰਬੀ ਨਾ ਕਰਾਂ। ਹਮੇਸ਼ਾ ਯਾਦ ਰੱਖਿਓ, ਮਹਾਰਾਜ ਕਹਿੰਦੇ ਹੰਸਾਂ ਵਿੱਚ ਬੈਠਾ ਬੰਗਲਾ ਨਾ ਬਣਾਈ, ਨਿਤ ਬੈਠਾ ਮੱਛੀ ਨੂੰ ਤਾੜ ਲਾਵੇ। ਹੰਸਾਂ ਦੇ ਵਿੱਚ ਬੈਠਾ ਬੰਗਲਾ ਵੀ ਉਹਦੀ ਜਿਹੜੀ ਸੋਚ ਹੈ ਨਾ, ਕਬੀਰ ਸਾਹਿਬ ਬੜੇ ਪਿਆਰੇ ਲਿਖਦੇ ਹੁੰਦੇ ਆ। ਮਹਾਰਾਜ ਕਹਿੰਦੇ ਆ ਮੱਖੀ ਚੰਦਨ ਪਰ ਹਰੇ, ਜੈ ਗੰਧ ਸੁਗੰਧ ਵਹਿ ਜਾਏ।
ਜਿਹੜੀ ਮੱਖੀ ਆ ਕਦੀ ਚੰਦਨ ਤੇ ਨਹੀਂ ਬਹਿੰਦੀ। ਕੀ ਕਰਦੀ ਮੱਖੀ? ਮੱਖੀ ਹਮੇਸ਼ਾ ਗੰਦਗੀ ਤੇ ਬੈਠੀ ਚੰਦਨ ਨੂੰ ਛੱਡ ਕੇ ਗੰਦਗੀ ਤੇ ਬਹਿੰਦੀ ਹਮੇਸ਼ਾ। ਉਸ ਮੱਖੀ ਨੂੰ ਪਤਾ ਹੀ ਨਹੀਂ ਲੱਗਦਾ ਉਹ ਆਟੇ ਤੇ ਵੀ ਬਹਿ ਜਾਂਦੀ ਆ। ਉਹ ਮੱਖੀ ਗੰਦ ਤੇ ਬਹਿ ਕੇ ਆਈ ਹੁੰਦੀ ਆ। ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਭਾਈ ਆ ਖਾਣ ਵਾਲੀ ਚੀਜ਼ ਆ ਜਿਹੜੀ ਆ ਇਹ ਗੰਦਗੀ ਆ। ਮੱਖੀ ਚੰਦਨ ਪਰ ਹਰੇ ਚੰਦਨ ਨੂੰ ਛੱਡ ਕੇ ਹਮੇਸ਼ਾ ਹੀ ਗੰਦਗੀ ਤੇ ਬੈਠੂਗੀ। ਔਰ ਇਸੇ ਤਰ੍ਹਾਂ ਜਿਹੜਾ ਮਾੜਾ ਇਨਸਾਨ ਆ ਉਹਦੀ ਸੋਚ ਹਮੇਸ਼ਾ ਹੀ ਦੂਸਰਿਆਂ ਨੂੰ ਮਾੜਾ ਬਣਾਉਣ ਤੇ ਲੱਗੀ ਰਹੂਗੀ। ਮਹਾਰਾਜ ਕਹਿੰਦੇ ਹੰਸਾਂ, ਧਿਆਨ ਕਰਿਓ, ਹੰਸਾਂ ਵਿੱਚ ਬੈਠਾ ਬੰਗਲਾ ਬਣਾਏ, ਨਿਤ ਬੈਠਾ ਮੱਛੀ ਨੂੰ ਤਾੜ ਲਾਵੇ। ਹਮੇਸ਼ਾ ਹੀ ਹੰਸਾਂ 'ਚ ਚੰਗੇ ਬੰਦਿਆਂ 'ਚ ਬੈਠਾ ਹੋਊਗਾ, ਪਰ ਉਹਦੀ ਸੋਚ ਕਈ ਵਾਰੀ ਇਦਾਂ ਦੇ ਬੰਦੇ ਹੁੰਦੇ ਆ, ਉਹ ਚੰਗੀ ਗੱਲ ਚੱਲਦੀ ਹੋਊਗੀ 1 ਮਿੰਟ ਤੋਂ ਪਹਿਲਾਂ ਖਰਾਬ ਕਰ ਦਿੰਦੇ ਉਹਨੂੰ। ਅੱਗੇ ਮਹਾਰਾਜ ਕਹਿੰਦੇ ਜੇ ਇਦਾਂ ਦਾ ਸਾਡੇ ਵਿੱਚ ਬੈਠਾ ਹੋਇਆ ਬੰਦਾ, ਉਹਨੂੰ ਪਛਾਣਨਾ ਕਿੱਦਾਂ? 5ਵੇਂ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਬਦ ਆ, ਸਲੋਗ ਆ, ਯਾਦ ਰੱਖਿਓ। ਮਹਾਰਾਜ ਕਹਿੰਦੇ ਆ ਜਾਂ ਹੰਸ ਸਭੇ ਵਿਚਾਰ ਕਰ ਦੇਖਣ। ਕਿਉਂਕਿ ਉਹ ਤਾਂ ਹੰਸ ਸੀਗੇ, ਉਹਨਾਂ ਨੇ ਵਿਚਾਰ ਕਰਕੇ ਦੇਖ ਲਏ ਵੀ ਆਹ ਜਿਹੜਾ ਬੰਦਾ ਆ, ਆਪਾਂ ਸਾਰੇ ਕੀ ਖਾਂਦੇ ਆ? ਮੋਤੀ ਖਾਂਦੇ ਆ, ਆਪਾਂ ਸਾਰੇ ਜਵਾਹਰਾਤ ਖਾਂਦੇ ਆ, ਪਰ ਇਹ ਜਿਹੜਾ ਬੰਗਲਾ ਆ ਗਿਆ ਸਾਡੇ 'ਚ, ਬੰਦਾ ਹੈਗਾ ਸਾਡੇ ਵਰਗਾ ਪਰ ਮੱਛੀਆਂ ਖਾਈ ਜਾਂਦਾ। ਸਮਝ ਆ ਰਹੀ ਆ? ਇਹ ਮੱਛੀਆਂ ਖਾਈ ਜਾਂਦਾ, ਇਹਦਾ ਇਲਾਜ ਕਰੋ। ਇਹ ਕੌਣ ਆ ਗਿਆ ਸਾਡੇ 'ਚ? ਸ਼ਕਲ ਸਾਡੀ ਵਰਗੀ, ਕੱਲ ਨੂੰ ਆਉਣ ਵਾਲੀ ਸਾਡੀਆਂ ਪੀੜ੍ਹੀਆਂ ਨਸਲਾਂ ਖਰਾਬ ਕਰੂਗਾ ਇਹ। ਬਸ ਉਹਨੂੰ ਕਹਿੰਦੇ ਨੇ ਬ੍ਰਾਹਮਣ। ਜੇ ਤੂੰ ਬ੍ਰਾਹਮਣ ਜਿਹੜਾ ਕਹਿੰਦਾ ਸੀ ਮੈਂ ਵੱਖਰਾ, ਮੈਂ ਰੱਬ, ਮੈਂ ਤੈਨੂੰ ਦੱਸੂਗਾ ਕੀ ਹੋਣਾ, ਤੁਹਾਡੀ ਕਿਸਮਤ ਕੀ ਆ, ਮੈਂ ਤੈਅ ਕਰੂੰਗਾ। ਸਾਡੇ ਪੁਰਖਿਆਂ ਨੇ ਕਿਹਾ ਬੰਦਾ ਬਣ, ਬੰਦਿਆਂ ਵਾਂਗੂ ਸਿੱਧਾ ਹੋ ਕੇ ਰਹਿਣਾ ਚਾਹੁੰਦਾ, ਇਸ ਕੁਦਰਤ ਦੇ ਵਿੱਚ ਤੈਨੂੰ ਵੀ ਹੱਕ ਆ, ਪਰ ਜਿੱਦਾਂ ਤੂੰ ਦੱਸਦਾ ਨਾ ਅਸੀਂ ਤੇਰੀ ਵਿਚਾਰਧਾਰਾ ਇੱਥੇ ਲਾਗੂ ਨਹੀਂ ਹੋਣ ਦਿਆਂਗੇ। ਮਹਾਰਾਜ ਕਹਿੰਦਾ ਜਾਂ ਹੰਸਾਂ ਸਭ ਵਿਚਾਰ ਕਰ ਦੇਖਣ। ਅੱਛਾ, ਉਹ ਤਾਂ ਦੇਖਿਆ ਵੀ ਯਾਰ ਇਹ ਸਾਡੇ 'ਚ ਮਾੜੀ ਵਿਚਾਰਧਾਰਾ ਪਾ ਰਿਹਾ, ਉਹਨਾਂ ਨੇ ਵਿਚਾਰ ਕਰਕੇ ਨਾ ਬੰਗਲੇ ਦੀ ਛੁੱਟੀ ਕਰਾਤੀ। ਸਮਝਿਆ? ਬੰਗਲੇ ਦੀ ਛੁੱਟੀ ਕਰਾਤੀ। ਤਾਂ ਸਾਡਿਆਂ ਨੇ ਕੀ ਕੀਤਾ? ਇਹਨਾਂ ਲੋਕਾਂ ਨੇ ਕੀ ਕੀਤਾ? ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਵੀ ਸਾਡੇ ਵਿੱਚ ਕੌਣ ਆ ਕੇ ਬਹਿ ਗਿਆ। ਇਹਨਾਂ ਦੇ ਸਾਹਮਣੇ ਸ਼ਰੇਆਮ ਜਿਨ੍ਹਾਂ ਨੇ ਸਿੱਖੀ ਨੂੰ ਚਲਾਇਆ, ਸਹੀ ਤੁਧ ਨੂੰ ਗਾਵਣ ਜੋ ਤੁਧ ਭਾਵਨ ਰੱਤੇ, ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ, ਸੇਵਾ ਚਿਤਨ ਆਵਣ, ਨਾਨਕ ਕਿਆ ਵਿਚਾਰੇ। ਇਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਉਹਨੇ ਕਦੋਂ ਭੁੱਖੇ ਲਿਖ ਦਿੱਤਾ ਇਹਨਾਂ ਨੂੰ। ਕਿਉਂ? ਕਿਉਂਕਿ ਅਗਲਾ ਪਹਿਲਾਂ ਖਰੀਦਦਾ ਆ। ਪਹਿਲਾਂ ਅਗਲਾ ਕੀ ਬਣਾਉਂਦਾ? ਮਾਇਆਧਾਰੀ ਬਣਾਉਂਦਾ। ਪਹਿਲਾਂ ਇਹਨਾਂ ਨੂੰ ਸੱਪ ਬਣਾਉਂਦਾ, ਖੜੱਪੇ। ਜਦੋਂ ਖੜੱਪੇ ਸੱਪ ਅੱਜ ਤੋਂ 650 ਸਾਲ ਪਹਿਲਾਂ ਬਣਾਏ ਹੋਏ ਸੀ, ਕਿਸੇ ਮੇਰੇ ਵੀਰ ਨੇ ਲੈਣਾ ਬੜੀਆਂ ਪਿਆਰੀਆਂ ਲਿਖੀਆਂ, ਧਿਆਨ ਕਰਿਓ। ਨਾਗਾ ਨੂੰ ਬਣਾਉਂਦਾ 9 ਲੱਖੇ ਹਾਰ ਸਈਓ ਜਿਹੜਾ, ਨਾਗਾ ਨੂੰ ਬਣਾਉਂਦਾ 9 ਲੱਖੇ ਹਾਰ ਸਈਓ ਜਿਹੜਾ, ਮੋਈਆਂ ਗਊਆਂ ਵਿੱਚ ਦਿੰਦਾ ਜਾਨ ਪਾ, ਸਹੇਲੀਓ ਕਾਂਚੀ ਵਿੱਚ ਆਇਆ ਸ਼ਹਿਨਸ਼ਾਹ। ਨਾਗਾ ਨੂੰ ਬਣਾਉਂਦਾ 9 ਲੱਖੇ ਹਾਰ ਸਈਓ ਜਿਹੜਾ, ਮੋਈਆਂ ਗਊਆਂ ਵਿੱਚ ਦਿੰਦਾ ਜਾਨ ਪਾ, ਸਹੇਲੀਓ ਕਾਂਚੀ ਵਿੱਚ ਆਇਆ ਸ਼ਹਿਨਸ਼ਾਹ। ਜਿਹੜਾ ਖੜੱਪੇ ਸੱਪ ਡੰਗ ਮਾਰਦੇ ਸੀ ਮਨੁੱਖਤਾ ਦੇ, ਮਨੁੱਖਾਂ ਨੂੰ ਡੰਗ ਮਾਰਦੇ ਸੀ ਜਾਤਾਂ ਪਾਤਾਂ ਦੇ ਨਾਂ ਤੇ, ਉਹੋ ਹੀ ਮੇਰੇ ਸਤਿਗੁਰੂ ਜੀ ਨੇ ਇਹਨਾਂ ਦੀ ਜ਼ਹਿਰ ਕੱਢ ਕੇ, ਜਿਹੜੀ ਇੱਥੇ ਜ਼ਹਿਰ ਭਰੀ ਹੋਈ ਸੀ, ਮਾੜੀ ਸੋਚ ਭਰੀ ਹੋਈ ਸੀ, ਮਾੜੀ ਸੋਚ ਕੱਢ ਕੇ ਮੇਰੇ ਸਤਿਗੁਰੂ ਜੀ ਨੇ ਤੁਹਾਡੇ ਗਲਾਂ 'ਚ ਪਾਤੇ ਕਿ ਤੁਹਾਨੂੰ ਡੰਗ ਨਾ ਮਾਰ ਸਕਣ। ਤੁਹਾਨੂੰ ਪਤਾ ਨਹੀਂ ਲੱਗਾ ਕੌਣ ਡੰਗ ਮਾਰਦਾ ਸੀ ਅੱਜ ਤੱਕ, ਕਿਉਂਕਿ ਤੁਹਾਡੇ ਥੋੜੀ ਵੱਜਦਾ ਡੰਗ। ਤੁਸੀਂ ਆਰਾਮ ਦੇ ਨਾਲ ਠੀਕ ਆ, ਬੱਲੇ ਬੱਲੇ ਆਰਾਮ ਸੀ ਇੱਥੇ ਇੰਗਲੈਂਡ 'ਚ ਪਾ ਕੇ ਬਹਿ ਗਏ ਆ, ਕੈਨੇਡਾ ਜਾ ਕੇ ਬਹਿ ਗਏ ਆ, ਫਰਾਂਸ 'ਚ ਆ ਕੇ ਬਹਿ ਗਏ। ਆਪਾਂ ਕੀ ਲੈਣਾ ਕਿ ਗਰੀਬ ਨਾਲ ਪਿੱਛੇ ਕੀ ਹੋ ਰਿਹਾ? ਆਪਾਂ ਨੂੰ ਕੀ ਪ੍ਰੋਬਲਮ ਆ? ਇਹ ਮੇਰੇ ਸਤਿਗੁਰੂ ਜੀ ਦੀ ਵਿਚਾਰਧਾਰਾ ਆ। ਵਿਪਰ ਪ੍ਰਧਾਨ ਕਰੇ ਡਡੌਤ, ਵਿਪਰ ਪ੍ਰਧਾਨ ਕਰੇ ਡਡੌਤ, ਰਵਿਦਾਸ ਦਾਸਨ ਦਾਸਾ। ਜਦੋਂ ਵਿਪਰ ਪ੍ਰਧਾਨ ਲੰਮਾ ਪੈ ਕੇ ਰੌਂਡ ਕਰਦਾ ਸੀ, ਉਸ ਵੇਲੇ ਜ਼ਹਿਰ ਕੱਢ ਦਿੱਤੀ ਸੀ ਉਹਨਾਂ ਦੀ, ਮਜਬੂਰ ਕਰ ਦਿੱਤਾ ਸੀ ਲੰਮੇ ਪੈਣ ਤੇ, ਮੂਹਰੇ ਲੰਮੇ ਪੈ ਗਿਆ ਸੀ। ਫਿਰ ਮੈਂ ਕਹਿੰਦਾ ਮੁੜਿਆ ਬੜੀ ਸਮਝ ਲਓ। ਮਹਾਰਾਜ ਕਹਿੰਦੇ ਫਿਰ ਵਿਚਾਰ ਕੀਤੀ ਜਾਂ ਹੰਸ ਸਭ
विचार कर देखण तां बंगला ना जोड़ कदे ना। भी बंगले दे नाल असीं रिश्ता नहीं रखना, साडी विरती होनी चाहिदी आ। पर साडे लोग की करदे आ, इन्हां नूं पता ही नहीं लगदा बंगला कौन आ, इन्हां नूं पता ही नहीं लगदा, इन्हां नूं पता ही नहीं लगदा बंगला कौन आ, इन्हां नूं पता ही नहीं लगदा हंस कौन आ। तां फिर महाराज की कहंदे आ, महाराज कहंदे पता काहतों नहीं पता लगदा इन्हां नूं, ਇਹ ਕੀ ਕਰਦੇ ਆ, ਇਹ ਜਿਹੜੇ ਚੰਗੇ ਵਿਚਾਰ ਆ ਆਪਣੇ ਬੱਚਿਆਂ ਨੂੰ ਦਿੰਦੇ ਆ, ਜਿਹੜੀ ਮਾੜੇ ਆ ਬਾਅਦ ਲੋਕਾਂ ਨੂੰ ਦਿੰਦੇ ਆ। ਕਿਉਂਕਿ ਆਪਣੀ ਆਤਮਾ ਤੋਂ ਇਹ ਲੋਕ ਸ਼ੁੱਧ ਨਹੀਂ ਹੈਗੇ। ਜਿੰਨਾ ਚੱਕ ਤੁਸੀਂ ਆਪਣੀ ਆਤਮਾ ਤੋਂ ਸ਼ੁੱਧ ਨਹੀਂ ਹੁੰਦੇ, ਚਾਹੇ ਕੋਈ ਵੀ ਆ ਦੁਨੀਆ ਤੇ ਇਨਸਾਨ, ਜਿਹੜਾ ਇਨਸਾਨ ਆਪਣੀ ਆਤਮਾ ਤੋਂ ਸ਼ੁੱਧ ਨਹੀਂ ਹੈਗਾ, ਮਹਾਰਾਜ ਕਹਿੰਦੇ ਆ ਕਿ ਉਹਨਾਂ ਨੂੰ ਸਿਮਰਨ ਦਾ ਨਹੀਂ ਪਤਾ ਲੱਗਣਾ। ਚਿੱਤ ਸਿਮਰਨ ਕਰੋ, ਚਿੱਤ ਸਿਮਰਨ ਕਰੋ ਨੈਣ ਅਭਿਲੋਕਨੋ। ਚਿੱਤ ਦੇ ਵਿੱਚ ਸਿਮਰਨ ਕਰੋ ਕਿ ਯਾਰ ਲੋਕਾਂ ਤੇ ਆ ਜਿਹੜਾ ਹੈ ਨਾ, ਇਹਨਾਂ ਗਰੀਬਾਂ ਤੇ ਮਾੜੀ ਜ਼ੁਲਮ ਕਿਉਂ ਹੋ ਰਿਹਾ। ਚਿੱਤ ਸਿਮਰਨ ਕਰੋ ਨੈਣ ਅਭਿਲੋਕਨੋ, ਨੈਣਾਂ ਦੇ ਨਾਲ ਇਹਨਾਂ ਦੇ ਵਿੱਚ ਰੱਬ ਦੀ ਕੀ ਕਰੋ, ਸੱਤਿਆ ਪੈਦਾ ਕਰੋ। ਇਹਨਾਂ ਵਿੱਚ ਸੱਤਿਆ ਪੈਦਾ ਕਰੋ, ਸੱਚ ਦੇਖਣ ਦੀ ਹਿੰਮਤ ਰੱਖੋ। ਫਿਰ ਕੀ ਕਰੋ, ਮਹਾਰਾਜ ਕਹਿੰਦੇ ਆ ਸਰਬਣ ਕੰਨਾਂ ਦੇ ਨਾਲ, ਸਰਬਣ ਸੂਝ ਪੂਰੀ ਰੱਖੋ। ਮਹਾਰਾਜ ਕਹਿੰਦੇ ਫਿਰ ਕੀ ਹੋਣਾ, ਮਹਾਰਾਜ ਕਹਿੰਦੇ ਮਨ ਸੋ ਮੁਗਧ, ਮਨ ਸੋ ਮੁਗਧ ਕਰੋ ਚਰਨ ਹਿਰਦੇ ਧਰੋ। ਐਵੇਂ ਬਾਬੇ ਦੇ ਕਿਤੇ ਪੈਰ ਨਾ ਇਹਦਾ ਕੱਟ ਕੇ ਆਪਣੇ ਹਿਰਦੇ ਨਾ ਪਸਾਉਣ ਲੱਗ ਪਿਓ। ਉੱਥੇ ਜਿਹੜੇ ਚਰਨਾਂ ਦੀ ਗੱਲ ਹੋਈ ਆ ਉਹ ਅੱਛਾ ਚਲੋ ਇਦਾਂ ਕਰੋ, ਜੇ ਤੁਸੀਂ ਗੁਰੂ ਦੇ ਚਰਨ ਹਿਰਦੇ 'ਚ ਰੱਖਣੇ ਹੋਣਗੇ ਤਾਂ ਕਿੱਦਾਂ ਰੱਖ ਸਕਦੇ ਆ। ਕੀ ਜਿਹੜਾ ਬਾਬਾ ਡੇਰੇ ਤੇ ਬੈਠਾ ਆ, ਬਾਬਾ ਜਿਹੜਾ ਡੇਰੇ ਤੇ ਬੈਠਾ, ਕੀ ਗੱਲ ਉਹਦੇ ਚਰਨਾਂ ਨੂੰ ਅਸੀਂ ਕੱਟ ਕੇ ਆਪਣੇ ਹਿਰਦੇ 'ਚ ਲਿਜਾ ਸਕਦੇ ਆ। ਮਹਾਰਾਜ ਕਹਿੰਦੇ ਆ ਮਨ ਸੋ ਮੁਗਧ, ਮਨ ਤੋਂ ਮੁਕਤੀ ਕਰੋ ਆਪਣੀ, ਮਨ ਸੋ ਮੁਗਧ ਕਰੋ ਚਰਨ ਹਿਰਦੇ ਧਰੋ। ਉਸ ਪਰਮਾਤਮਾ ਦੀ ਆਪਣੇ ਅੰਦਰ ਵਿਚਾਰਧਾਰਾ ਪੈਦਾ ਕਰੋ। ਛੱਡ ਦਿਓ ਮਨ ਮੁਕਤੀ, ਛੱਡ ਦਿਓ ਡੇਰਿਆਂ ਨੂੰ, ਛੱਡ ਦਿਓ ਕਿਸੇ ਨੂੰ। ਤੁਹਾਡਾ ਗੁਰੂ ਇੱਕੋ ਹੀ ਆ ਜਿਹਦਾ ਨਾਮ ਆ, ਜਿਹਨੂੰ ਲਿਖਿਆ ਥਾਂ ਥਾਂ ਸ੍ਰੀ ਰਾਗ 'ਚ ਰੱਬ, ਰੱਬ ਲਿਖਿਆ ਥਾਂ ਥਾਂ 17 ਵਾਰੀ ਸ੍ਰੀ ਰਾਗ ਦੇ ਵਿੱਚ ਰੱਬ ਲਿਖਿਆ, ਉਹ ਆ ਤੁਹਾਡਾ ਗੁਰੂ। ਅੱਛਾ ਕੀ ਇੱਕ ਵਾਰੀ ਉਹਦੀ ਸੋਚ ਨੂੰ ਪੜ੍ਹ ਲਓ, ਤੁਹਾਨੂੰ ਫਟ ਪਤਾ ਲੱਗ ਜਾਣਾ ਕੀ ਕੀਤਾ। ਮਹਾਰਾਜ ਕਹਿੰਦੇ ਫੇਰ ਕੀ ਹੋਊਗਾ, ਮਨ ਚਰਨ ਹਿਰਦੇ ਧਰੋ। ਠੀਕ ਹੈ, ਧਰ ਲੈ। ਮਹਾਰਾਜ ਕਹਿੰਦੇ ਰਸਨਾ ਅੰਮ੍ਰਿਤ, ਰਸਨਾ ਦੇ ਵਿੱਚੋਂ ਤੁਹਾਡੇ ਕੀ ਲਾਵੇ, ਰਸਨਾ ਅੰਮ੍ਰਿਤ ਨਾਮ ਭਾਖੋ। ਇਹਦੇ ਵਿੱਚੋਂ ਜਿਹੜੀ ਭਾਖਿਆ ਆਉਣੀ ਆ, ਸਾਡੇ ਕੀ ਹੁੰਦਾ ਆ, ਸਾਡੋਂ ਗੱਲ ਕੋਈ ਨਹੀਂ ਆਉਂਦੀ, ਗਾਲਾਂ ਤੋਂ ਛੱਡ ਹੋਰ ਕੋਈ ਗੱਲ ਨਹੀਂ ਕਰਦੇ ਅਸੀਂ। ਦੂਸਰੇ ਨੂੰ ਗਾਲਾਂ ਕਿੱਦਾਂ ਕੱਢਣੀਆਂ ਜਿੰਨੀਆਂ। ਅੱਛਾ ਧਿਆਨ ਕਰਿਓ, ਕਿਉਂਕਿ ਜਿਹੜਾ ਬੰਦੇ ਕੋਲੋਂ ਅੱਗੇ ਗੱਲ ਨਹੀਂ ਨਾ ਆਉਂਦੀ ਇਹਨੂੰ, ਉਹ ਕੀ ਕਰਦਾ ਆ, ਉਹਨੂੰ ਹੋਰ ਕੁਛ ਨਹੀਂ ਹੁੰਦਾ, ਉਹਨੇ ਧੀ ਦੀ ਭੈਣ ਦੀ ਦਿਹਾੜੀ ਕਰ ਦੇਣੀ ਆ। ਕੋਈ ਵੀ ਆ, ਚਾਹੇ ਜੇ ਅਸੀਂ ਗੁਰੂ ਰਵਿਦਾਸ ਮਹਾਰਾਜ ਦੇ, ਸਤਿਗੁਰੂ ਵਾਲਮੀਕ ਮਹਾਰਾਜ ਦੇ ਸਿੱਖ ਕਹਾਉਂਦੇ ਆ ਨਾ, ਮੈਂ ਫਿਰ ਕਹਿ ਦਿੰਦਾ ਤੁਹਾਨੂੰ, ਇੱਥੋਂ ਐਡੇ ਤੇਜ਼ ਹੋਣੇ ਚਾਹੀਦੇ ਆ ਉਹਦੇ ਮੂੰਹ ਚੋਂ। ਆਹ ਬੁੱਲ ਨਹੀਂ ਹਿਲਦੇ ਬੰਦੇ ਦੇ, ਬੁੱਲ ਹਿਲਦਿਆਂ ਤਾਂ ਤੁਹਾਨੂੰ ਪਤਾ ਲੱਗਣਾ ਚਾਹੀਦਾ ਕੀ ਕਹਿ ਰਿਹਾ ਹੈ। ਐਡੇ ਤੇਜ਼ ਹੋਣੇ ਚਾਹੀਦੇ ਆ। ਤੇ ਮਹਾਰਾਜ ਕਹਿੰਦੇ ਫੇਰ ਕੀ ਹੋਵੇ, ਮਹਾਰਾਜ ਕਹਿੰਦੇ ਆ ਅੰਮ੍ਰਿਤ ਰਾਮ ਨਾਮ ਭਾਖੋ। ਇੱਥੋਂ ਭਾਖਿਆ ਅੰਮ੍ਰਿਤ ਦੀ ਆਵੇ। ਫੇਰ ਕੀ ਹੋਊਗਾ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਕਿਸੇ ਨੂੰ ਦੱਸਣ ਦੀ ਲੋੜ ਨਹੀਂ ਪੈਣੀ ਕਿ ਤੇਰੀ ਪ੍ਰੀਤ ਪ੍ਰਮਾਤਮਾ ਲੱਗੀ ਆ, ਲੋਕਾਂ ਨੇ ਆਪੇ ਪਛਾਣ ਲੈਣਾ ਤੈਨੂੰ। ਸਾਡੇ ਕੀ ਕਰਦੇ ਆ, ਸਾਡੇ ਕਹਿੰਦੇ ਫਲਾਣੇ ਡੇਰੇ ਤੇ ਬਹੁਤ ਵਧੀਆ ਬਾਬਾ ਦਾ ਵੀ ਚੜ ਸਾਰੀਆਂ ਗੱਲਾਂ। ਭਰਾਵਾ ਮੇਰੀ ਹੱਥ ਜੋੜ ਕੇ ਬੇਨਤੀ ਆ, ਜਿਹੜੇ ਤੁਹਾਡੇ ਗੁਆਂਢੀ ਹੁੰਦੇ ਆ ਧਿਆਨ ਕਰਿਓ, ਜਿਹੜੇ ਤੁਹਾਡੀ ਗੁਆਂਢੀ ਆ, ਜਿਹੜੇ ਤੁਹਾਡੇ ਰਿਸ਼ਤੇਦਾਰ ਆ, ਉਹ ਗੱਲਾਂ ਕਰ ਕਰਕੇ ਤੁਹਾਡੀਆਂ ਸਾਰੀਆਂ ਘਰ ਦੀਆਂ ਗੱਲਾਂ ਦੱਸਦੇ ਆ ਬਾਬਿਆਂ ਡੇਰਿਆਂ ਤੇ। ਉਹ ਜਿਹੜੇ ਫਿਰ ਡੇਰੇਦਾਰ ਆ, ਉਹ ਸਾਰੀਆਂ ਗੱਲਾਂ ਬਾਬੇ ਕੋਲ ਜਾਂਦੀਆਂ, ਬਾਬੇ ਨੂੰ ਪਤਾ ਲੱਗ ਜਾਂਦਾ ਫਲਾਨੀ ਗੁਆਂਢਣ ਆਈ ਆ ਫਲਾਨੇ ਦੇ। ਉਹ ਬਾਬਾ ਫਿਰ ਦੱਸਦਾ ਆ ਵੀ ਤੁਹਾਡੇ ਘਰ 'ਚ ਆਹ ਹੁੰਦਾ ਸੀ। ਮੇਰੀ ਹੱਥ ਜੋੜ ਕੇ ਬੇਨਤੀ ਆ, ਛੱਡ ਦਿਓ, ਹਟ ਜਾਓ। ਮੈਨੂੰ ਹੋਰ ਨਾ ਤੰਗ ਕਰੋ, ਮੈਂ ਤੁਹਾਨੂੰ ਦੱਸ ਦਿੰਦਾ, ਕਿਉਂਕਿ ਤੁਸੀਂ ਬੰਦੇ ਨਹੀਂ ਬਣਦੇ, ਫਿਰ ਮੈਨੂੰ ਹੋਰ ਸੱਚ ਬੋਲਣਾ ਪੈਣਾ ਆ। ਮਹਾਰਾਜ ਕਹਿੰਦੇ ਸਾਚੀ ਪ੍ਰੀਤ, ਮੇਰੀ ਪ੍ਰੀਤ ਗੋਬਿੰਦ ਸਿਓ ਬਿਨ ਘਟੇ।
उस रब तो बिना मेरे अंदर ज्ञान नहीं आ रहा। तो महाराज कहते की होया, मैं लई किदां ये प्रीत? महाराज कहते मैं तो मोल महंगी ली जी सटे, बहुत महंगी लई आ। किदां? जिहड़ा मेरा मन कृतियां करदा सी, जिहड़ा मेरा मन बाहर भजदा सी, महाराज कहते मैं गोबिंद नूं दे दित्ता। अपने आप शरीर दे विच बाहर नहीं देना किसी बाबे नूं, पंगा ना बना लियो किते। लालची ने लोग सारे। मैं कहना अंदर देना रब, मन अंदर। फिर की होगा? महाराज कहते सतगुरु रविदास महाराज कहते फिर की होगा? मोल महंगी ली मैं जी सटे। अच्छा फिर महाराज कहते की होया? फिर सत संगत, हुण इत्थे साध संगत बिना भौ नाही उपजै, भौ बिन भगत ना होए तेरी। फिर असी भरावां भैणां भरावां दे विच जाके बहना आ। भैण भरा याद रखियो, इत्थे चमारां दी गल नहीं हो रही, इत्थे वाल्मीकियां दी गल नहीं हो रही, इत्थे जट्टां दी गल नहीं हो रही। साध संगत दा मतलब आ हर एक दुनिया दे लोग, पूरे वर्ल्ड दे विच, पूरे वर्ल्ड दी गल हो रही है। इत्थे साध संगत ओहदी गल कीती आ। इत्थे साडी निक्की जी जिद्दां दा माइंड उदां दी संगत बनाई जांदे लोग। डेरे वाले किदां 500 बंदा हो गया, बड़ा आ बस। किन्नियां भेडां हो गईयां? 500, 1000, 2000, 3000। सानू समझ नहीं आ रही। महाराज जिथे कह रहे साध संगत बिन भौ नहीं उपजै, साध संगत तो बिना प्यार नहीं पड़ना। साध संगत बिन भौ नहीं उपजै, भौ बिन भगत ना होए तेरी। तेरी साध संगत तो बिना भगती नहीं हो सकती। लोग जिन्ना तक जागते नहीं उन्ना तक तेरी भगती नहीं होनी, उन्ना तक डिसिपलिन दे विच नहीं होना लोकां ने। अगे महाराज कहंदे कह रविदास एक बेनती हर स्यों। हुण सतगुरु रविदास महाराज कित्थे बेनती करदे आ? कह रविदास एक बेनती हर स्यों, की कबीर वांगू कोई बाबा बोलदा आ? याद रखो, कोई कबीर जी वांगू बाबा कोई बोलदा आ? कोई डेरेदार बोलदा आ? कोई प्रचारक बोलदा आ? की नामदेव जी वांगू कोई बाबा कोई डेरेदार बोलदा आ? नहीं बोलदा। तो याद रख लो महाराज कहंदे कह रविदास एक बेनती हर स्यों। तुसी डेरियां ते की करन जांदे फिर? जद तुहाडे हक्कां वास्ते बाबियां ने बोलना ही नहीं। महाराज बेनती कर रहे आ, कह रविदास एक बेनती हर स्यों। जेड़ा मनुखा नूं हक दिवाउण वाली बाणी आ, मैं ओहदे मोहरे बेनती करदा आ। जिन्हें परमात्मा ने सरक दे अंदर पाई हुई बाणी आ, ਉਹ लोग आपो अपने घर दे विचों अपने अपने शरीर दे विचों बाणी बोलनी शुरू करन। मारे गए कह रविदास एक बेनती हर स्यों, पैज राखो राजा राम मेरी। ਇਹ ਜਦੋਂ ਤੁਸੀਂ ਆ ਸ਼ਬਦ ਨੂੰ ਸਮਝ ਲਿਆ, ਪੈਜ ਰਾਖੋ ਰਾਜਾ ਰਾਮ ਮੇਰੀ, ਤੁਹਾਨੂੰ ਪਤਾ ਲੱਗ ਜਾਣਾ ਅਸਲੀ ਗੱਲ ਕੀ ਹੈ ਇਹਦੇ ਅੰਦਰ। ਅੱਗੇ ਆ ਜਾਣਾ ਆਰਤੀ। ਨਾਮ ਤੇਰੋ ਆਰਤੀ ਮਜਨੂ ਮੁਰਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ठीक है साथ संगत जी, हम वीडियो लंबी ना करा। याद रखियो, मैं सिर्फ अज बाणी पढ़ सुनद्या मेरे दिमाग च आई सी कि बंदा अन्ना कित्थों। अच्छा अपने बच्चों वास्ते कदी अन्ना नहीं हुंदा। बच्चों वास्ते वधिया एजुकेशन भी टोलदा, बच्चों वास्ते ध्यान करियो, बच्चों वास्ते सोहना काम भी टोलदा, हर एक चीज़ बच्चों वास्ते टोलण नूं तैयार आ। पर जदों किते गुआंढी का बच्चा ना गलत काम ते लगा रहा लग जाता होवे, उन्होंने आप छड्डण जांदा गलत काम वाल नूं। बस उन्होंने अन्ने कहा महाराज ने कि वो लोग अन्ने आ, अंदरों अन्ने बाहरों अन्ने। कूड़ी कूड़ी, अच्छा कूड़ी कूड़ी गावे, कूड़ गाउंदे आ। गाउण दा मतलब की आ? अपने आप नूं साबित करदे आ, राम 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 करता सब जग फिरे, राम ना पाया जाए। राम जपो जी ऐसे ऐसे, धू प्रहलाद हर जप्यो। की हुआ? धू प्रहलाद ने जिदा जप्या उदा जपो। दीन दयाल भरोसे तेरे सब परिवार चढ़ाया वेड़े। ठीक है जी, बुलाइए फतेह साध संगत जी। फिर याद रखियो, ये मैं साध संगत याद रखियो, ये जिहड़े शब्द है ना, तुहानूं इहदा बाणी मिक्स करके नहीं सुनाई किसी ने। क्यों नहीं सुनाई? क्योंकि जे शब्द उन्हें गुरु नानक दा ले लिया ना, सारी गल उस शब्द ते कर जानी है।
अच्छा, दूजा शब्द कातों नहीं विच मिक्स किया इन्हां लोकां ने? पता क्यों? क्योंकि ये लोग चाहुंदे सी जे गुरु नानक की गल कर रहे हैं ना तो गुरु नानक नूं वड्डा कीता जावे। ठीक है, एक शब्द की गल कर रहे उही शब्द की गल होवे नहीं, इत्थे तां एक एक अखर नूं मिक्स करके गाउणा पैना। गुरु नानक ने किहड़ा अखर बोलिया होया? गुरु नानक साहब ने किहड़ा अखर बोलिया? रविदास जी ने किहड़ा अखर बोलिया? याद रखियो। एक एक कबीर साहब ने किहड़ा अखर बोलिया? वो जदों अखर, अच्छा पंज प्यारे काहतों सजे सी कि एक जात दे सी? मेरी हाथ जोड़ के बेनती है, ध्यान सोचो जरा। अच्छा, इन्हां लोकां नूं एडे लोग, हुण मैं बशर्म कहना पैंदा मैनूं क्योंकि इन्हूं थोड़ी जी शर्म आ जावे शायद। इन्हां लोकां ने यह भी नहीं सोचिया भी यार जिन्हां नूं गुरु नानक ने लिखिया, नानक भगतां सदा विगास सुनिया दुख पाप का नास, है ना, बई गुरु नानक साहब ने इदां लिखिया, यार सानूं थोड़ा जिहा अकल करनी चाहिदी आ। पर इन्हां लोकां ने इदां नहीं कीती। क्यों नहीं कीती? इन्हां लोकां नूं पता सी भी जे असीं इदां कर लए साडीआं दुकानां बंद हो जानियां। मैं अजे भी कहना सत्संग जी बाणी आप पढ़ लो, इदां ही बिल्डिंगां खड़ियां रहने डेरियां दियां। पर बाणी पढ़ के जिहड़ा तुहाडे गुरु ने तुहानूं सिखाया वो करना है, ना कि धर्म चलाने आ, ना कि धर्म वखरे करने। धर्म साडे कोल अगे ही बहुत आ देखो, हाथ जोड़ के बेनती आ। हिंदू धर्म आ, ब्राह्मण धर्म आ, याद रखियो, हिंदू धर्म आ, ब्राह्मण धर्म आ, ईसाई धर्म आ, मुसलमान धर्म आ, ठीक है, सिख धर्म आ। साडे कोल धर्म अगे ही बहुत है जी। आ देखो, तुहाडे गुरु ने किते धर्म नहीं चलाया। कोई बंदा गल कर दे भी 40 शब्दों के विच धर्म चलाया होया, 40 शब्दों के विचों सोच आई हुई है। उस सोच दे नाल कर्म होने ने, कर्मां तो धर्म बनना। तुसीं अज तक गल्लां तां असीं बड़ियां करदे हां, अज तक तुसीं अपने अंदर हिरदे दे विच गरीब नूं अपने बराबर बिठाउण दी हिम्मत नहीं कीती। बाहर नहीं बिठा सकदे, आत्मा तो बिठा लो। उस जिहनूं जवाब देना रब नूं, उहनूं तां पता लग जावे तुसीं प्यार करदे आ। जो तुसीं अंदर अपने अंदर गरीब नूं दर्जा देता ते बाहर अपने आप मिल जाना, क्योंकि तुहाडे अंदरों ही इस दुनिया ते पसारा हुंदा आ। याद रखियो, किते भुलेखे ना रहियो। ठीक है सत्संग जी, बुलाइए फतेह। कोई भी गल अगे पिछे कह गया होवां माफ करियो, चंगी लगी होवे। अच्छा, एक गल होर याद रखियो, मैं फिर दस देवां तुहानूं कि जिहड़ा यूट्यूब सेम ना है, बाणी लिखण दी लोड़ क्यों पई? यूट्यूब बनाया होया आपां, ठीक है, उहनूं जिन्नी भी जल्दी हो सकदा तुसीं सबसक्राइब करो, लाइक करो मेरे वीर जिन्ने भी तुसीं सुणदे आ, क्योंकि यूट्यूब ते जाना बहुत जरूरी आ। ते फिर आपां कोशिश करांगे कि उत्थों बह के कॉलां भी लईआं जाण, कोई आपां सिस्टम करदे आ बहुत जल्दी, क्योंकि बहुत तुहाडे मनां दे विच ऐसे विचार आ, मैनूं पता आ तुहाडे मनां दे जिहड़े विचार चल रहे आ कि इस भाई साहब नाल गल करिए, इस भाई साहब नाल कोई सवाल करिए, कोई पुछिए, कोई दसीए। हाँ, तुसीं पुछो, दसो, जवाब देंगे। पर याद रखियो, जिहड़ी साडी भाषा आ गुरमुखी, जिहड़ा साडी पंजाबी गुरमुखी आ, साडी पंजाबी भाषा आ, उहदे मुताबक होवे। मैं कदी नहीं चाहुंदा कि कोई आके अपनी ही माँ भैन नूं गाल कढे। जे कोई गाल किसी दी माँ भैन नूं कढदा ना, याद रखियो मैं बिल्कुल बर्दाश्त नहीं करूँगा। ठीक है, हमेशा ही प्यार दे नाल, जिद्दां साडे गुरुआं ने, साडे पीरां ने, साडे मैं किद्दां मैं तुहानूं दस्सां यार, किन्नियां वधिया गल्लां लिखियां होईयां विच, पर असीं समझ नहीं सके। असीं दुनिया दे राजे आ, दुनिया दे, मैं दुनिया दी गल करदा। जिद्दण तुसीं अपनी आत्मा तो सोहणे विचार वंडणे शुरू कर दित्ते तो लोकां ने तुहानूं पुछण लग पैणा कि यार ये गल्लां कित्थों आउंदियां इन्हां नूं। याद रखियो, ये जिद्दां ना आपां बेगमपुरा शब्द पढ़दे, सुणे ध्यान नाल, बेगमपुरा शब्द पढ़दे, बेगमपुरा शहर को ना दुख अंदो ना ताहे ते ठो, ना तस्बीह खराज ना मार खौफ ना कता ना तरस जवाल, अब मौकूब वतन गयो भाई उहाँ खैर सदा मेरे भाई, कायम दायम सदा पातशाही दोम ना सेम एक सियाई। इदां आपां पढ़ी जाने शब्द, ध्यान करियो, पढ़ी जाने। अच्छा, पढ़न नूं किन्ना टाइम लगदा इन्हां शब्द नूं? जे टका के पढ़ो ना 5 मिनट भी नहीं लगदे, ध्यान करियो। अच्छा, जे इस शब्द नूं समझ के प्रैक्टिकल करना होवे ते जन्मां तो विछोड़े पैंदे आए ने, सारी जिंदगी लग जाती साडी।
ਸਾਰੀ ਜ਼ਿੰਦਗੀ ਇਸ ਬੇਗਮਪੁਰੇ ਸ਼ਬਦ ਤੇ ਵਿਚਾਰ ਕਰਨੀ ਹੋਵੇ, ਪੂਰੀ ਜ਼ਿੰਦਗੀ ਭਾਵੇਂ ਤੇ ਟਿਕਾ ਦਿਓ। ਤਾਂ ਜੇ ਅਸੀਂ ਪੜ੍ਹਨਾ ਹੋਵੇ ਇਕੱਲਾ ਹੀ ਬੇਗਮਪੁਰਾ ਸੈਰ ਕੋ ਨਾ ਦੁਖਨ ਨਾ ਆਏ ਤੇ ਠਾਉ ਨਾ ਤਸਵੀਖ ਰਾਜ ਨਾ ਮਾਰ ਖੌਫ ਨਾ ਖਤਾ ਨਾ ਤਰਸੋ। ਜਪਜੀ ਸਾਹਿਬ ਦੀ ਬਾਣੀ, ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਆ 15 ਮਿੰਟਾਂ 'ਚ, ਹੋ ਗਏ 12 ਮਿੰਟ ਵੀ ਨਹੀਂ ਲੱਗਦੇ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ, ਹੈ ਨਾ। ਆਦ ਸੱਚ ਜੁਗਾ ਸੱਚ ਹੈ, ਪੀ ਸੱਚ ਨਾਨਕ ਹੋਸੀ ਸੱਚ। ਪੜ੍ਹੀ ਜਾਓ ਇਹਦਾ, ਪੜ੍ਹ ਕੇ ਜੇ ਇੱਥੇ ਸਿਰਫ ਮੂਲ ਮੰਤਰ ਨੂੰ ਸਮਝਣਾ ਹੋਵੇ, ਪੂਰੀ ਜ਼ਿੰਦਗੀ ਨਿਕਲ ਜਾਂਦੀ ਹੈ। ਗੱਲ ਇੱਥੇ ਸਮਝਦੀ ਆ, ਜ਼ਿੰਦਗੀ ਹਮੇਸ਼ਾ ਸਮਝ ਕੇ ਜੀ ਜਾਂਦੀ ਹੈ, ਪਸ਼ੂਆਂ ਵਾਂਗੂ ਨਹੀਂ ਜੀ ਜਾਂਦੀ। ਪਸ਼ੂਆਂ ਦੇ ਮਾਈਂਡ ਦੇ ਵਿੱਚ ਕੁਛ ਨਹੀਂ ਪਾਇਆ, ਸਿਰਫ ਉਹਨਾਂ ਨੂੰ ਪਤਾ ਆ ਕਿ ਤੁਹਾਡਾ ਜਿਹੜਾ ਸਰੀਰ ਆ ਇਹਨੂੰ ਤੁਸੀਂ ਜਿੰਦਾ ਕਿੱਦਾਂ ਰੱਖਣਾ, ਖਾਣਾ ਕਿੱਦਾਂ ਆ। ਪਸ਼ੂਆਂ ਨੂੰ ਇਸ ਗੱਲ ਦਾ ਪਤਾ ਆ। ਅਸੀਂ ਯਾਰ ਇਨਸਾਨ ਆ, ਪਸ਼ੂ ਨਹੀਂ ਹੈਗੇ। ਰੱਬ ਨੇ ਸਾਨੂੰ, ਰੱਬ ਜਿਹੜਾ ਜਿਹਨੂੰ ਰੱਬ ਕਹਿੰਦੇ ਨਾ ਆਪਾਂ, ਜਿਹਨੇ ਸਭਨਾ ਜੀਆਂ ਕਾ ਇੱਕ ਦਾਤਾ, ਜਿਹਨੇ ਦੁਨੀਆ ਸਾਜੀ ਹੋਈ ਆ, ਉਹਨੇ ਸਾਨੂੰ ਇਸ ਧਰਤੀ ਤੇ ਭੇਜਿਆ ਹੀ ਤਾਂ ਆ ਕਿ ਤੁਸੀਂ ਜਿਹੜੇ ਮਨੁੱਖਤਾ ਤੋਂ, ਵਿਚਾਰਾਂ ਤੋਂ ਖੁੰਝੇ ਹੋਏ ਲੋਕ ਆ, ਉਹਨਾਂ ਨੂੰ ਲਾਈਨ 'ਚ ਕਿੱਦਾਂ ਕਰਨਾ ਆ। ਅਸੀਂ ਉਹਨਾਂ ਨੂੰ ਲਾਈਨ 'ਚ ਕਰਨ ਆਏ ਸੀ, ਅਸੀਂ ਆਪ ਹੀ ਉਹਨਾਂ ਦੀ ਲਾਈਨ 'ਚ ਲੱਗ ਗਏ। ਦੋ ਹੱਥ ਆ ਸਾਡੇ, ਇੱਕ ਚੰਗਾ ਆ ਤੇ ਇੱਕ ਮਾੜਾ ਆ। ਧਿਆਨ ਕਰਿਓ, ਦੋ ਹੱਥ ਆ, ਇੱਕ ਚੰਗਾ ਇੱਕ ਮਾੜਾ ਆ। ਜੇ ਚੰਗਾ ਤੇ ਮਾੜਾ ਦੋਨੇ ਇਕੱਠੇ ਹੋ ਜਾਣ, ਏਦਾਂ ਸਮਝ ਆ ਰਹੀ? ਏਦਾਂ ਹੁਣ ਖਿੱਚੋ, ਏਦਾਂ ਜੁੜ ਗਏ ਨਾ, ਖਿੱਚੋ। ਹੁਣ ਤੁਸੀਂ ਜੋ ਮਰਜ਼ੀ ਚੱਕ ਲਓ, ਤਾਂ ਜੇ ਤੁਸੀਂ ਇੱਕ ਬਾਰ ਏਦਾਂ ਚੱਕਣਾ ਹੋਵੇ, ਚੱਕ ਹੋ ਜੂ ਤੁਹਾਡੇ ਕੋਲ। ਹੁਣ ਚੰਗਾ ਤੇ ਮਾੜਾ ਇਕੱਠੇ ਕਰ ਦਿਓ, ਕੀ ਹੋਇਆ? ਉਸ ਪ੍ਰਮਾਤਮਾ ਦੀ ਬਣਾਈ ਹੋਈ ਕੁਦਰਤ ਕੀ ਹੋਇਆ? ਇਹਦੇ ਨਾਲ ਭਾਵੇਂ ਜੱਫੀ ਪਾ ਕੇ ਜੋ ਮਰਜ਼ੀ ਚੱਕ ਲਓ। ਪਰ ਸਾਨੂੰ ਚੰਗਾ ਤਾਂ ਮਾੜਾ ਇਕੱਠੇ ਕਰਨ ਦੀ ਅਕਲ ਦਿੱਤੀ ਸੀ ਗੁਰੂ ਗ੍ਰੰਥ ਸਾਹਿਬ 'ਚ, ਸ਼ਬਦਾਂ ਦੇ ਵਿੱਚ। ਪਰ ਇਹਨਾਂ ਲੋਕਾਂ ਨੇ ਉਸ ਚੰਗੇ ਮਾੜੇ ਨੂੰ ਇਕੱਠਾ ਕਰਨ ਦੀ ਕੀ ਕੀਤਾ? ਦੁਬਾਰਾ ਕੱਲੇ ਕੱਲੇ ਕਰ ਦਿੱਤੇ। ਮਹਾਰਾਜ ਕਹਿੰਦੇ ਝੂਠ ਬੋਲ ਮੁਰਦਾਰ ਖਾਏ। ਹੁਣ ਨੀਤੀ ਬਣਾ ਲਈ ਇਹ। ਹੁਣ ਕੀ ਹੋਇਆ? ਅਗਲੇ ਗੁਰੂ ਨਾਨਕ ਦੀ ਬਾਣੀ ਨੂੰ ਕੀ ਕਰ ਰਹੇ ਆ? ਸਤਿਗੁਰੂ ਦਾਸ ਮਹਾਰਾਜ ਦੀ ਬਾਣੀ ਨੂੰ ਕੀ ਕਰ ਰਹੇ ਆ? ਸਤਿਗੁਰੂ ਕਬੀਰ ਸਾਹਿਬ ਦੀ ਬਾਣੀ ਨੂੰ, ਸਤਿਗੁਰੂ ਨਾਮਦੇਵ ਦੀ ਬਾਣੀ, ਸਤਿਗੁਰੂ ਸਧਨਾ ਜੀ ਦੀ ਬਾਣੀ ਨੂੰ ਕੀ ਕਰ ਰਹੇ ਆ? ਉਹ ਲੋਕ ਅੱਜ ਗ੍ਰੰਥ ਲੈ ਕੇ ਝੂਠਾ ਸਾਬਤ ਕਰ ਰਹੇ ਆ। ਕਿਤੇ ਭੁਲੇਖੇ ਨਾ ਰਿਓ, ਮੈਂ ਸਾਰਾ ਸਿਸਟਮ ਦੇਖ ਰਿਹਾ ਜੋ ਹੋ ਰਿਹਾ ਆ। ਏਦਾਂ ਸਕੈਨਿੰਗ ਨਹੀਂ ਹੁੰਦੀ ਜਗਤ ਦੇ ਵਿੱਚ, ਏਦਾਂ ਚੱਲਦੀ ਸਕੈਨਿੰਗ। ਜਦੋਂ ਇਹਦਾ ਲਾਈਟ ਜਾਂਦੀ ਨਾ, ਇੱਧਰ ਜਾਂਦੀ, ਇੱਕ ਵਾਰੀ ਇੱਧਰ ਜਾਂਦੀ, ਇੱਕ ਵਾਰੀ ਇੱਧਰ ਜਾਂਦੀ। ਉਹ ਦੋਨਾਂ ਅੱਖਾਂ ਨੂੰ ਕਿੱਥੇ ਜਾਂਦੀ ਆ? ਸਿੱਧਾ ਇੱਥੇ ਕੀ ਹੋ ਜਾਂਦਾ? ਪ੍ਰਿੰਟ ਹੋ ਜਾਂਦਾ ਇੱਥੇ। ਇਨਸਾਨ ਇਦਾਂ ਦਾ ਹੋਣਾ ਚਾਹੀਦਾ। ਹਾਂ, ਸਭ ਤੋਂ ਪਹਿਲਾਂ ਤੁਹਾਡੇ ਕੋਲ ਤੁਹਾਡੀ ਕਿਰਤ ਹੋਣੀ ਬਹੁਤ ਜ਼ਰੂਰੀ ਆ, ਕਿਉਂਕਿ ਤੁਹਾਡੀ ਜਿਹੜੀ ਕਿਰਤ ਆ ਤੁਹਾਡੀ ਆਤਮਾ ਨੂੰ ਬਲਵਾਨ ਕਰਦੀ ਆ। ਤੁਸੀਂ ਕਿਸੇ ਦੇ ਅਧੀਨ ਨਹੀਂ ਹੈਗੇ, ਤੁਹਾਨੂੰ ਕੋਈ ਲਾਲਚ ਨਹੀਂ ਹੈਗਾ, ਤੁਹਾਨੂੰ ਕੁਛ ਵੀ। ਯਾਦ ਰੱਖਿਓ, ਤੁਹਾਡੀ ਕਿਰਤ ਹੀ ਤੁਹਾਨੂੰ ਬਲਵਾਨ ਕਰਦੀ ਆ। ਜਿੱਦਣ ਤੁਹਾਡੇ ਕੋਲ ਕਿਰਤ ਆ, ਫਿਰ ਤੁਹਾਨੂੰ ਕਿਸੇ ਦਾ ਡਰ ਨਹੀਂ। ਫਿਰ ਤੁਸੀਂ ਕੀ ਹੋ ਜਾਂਦੇ ਆ? ਉੱਪਰਲੀ ਪੰਕਤੀ ਪੜੋ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਨਿਰਭਉ ਤੇ ਨਿਰਵੈਰ ਹੋ ਜਾਂਦੇ ਆ ਤੁਸੀਂ। ਫਿਰ ਰੱਬ ਤੁਹਾਡੇ ਕੋਲ ਆਉਂਦਾ ਨਹੀਂ ਆਉਂਦਾ, ਇਹ ਵੀ ਤੁਹਾਡੇ ਹੱਥ ਵਾਸਿਆ। ਉਹ ਗਿਆਨ ਤੁਹਾਡੇ ਅੰਦਰ ਪ੍ਰਗਟ ਹੁੰਦਾ ਨਹੀਂ ਹੁੰਦਾ, ਇਹ ਵੀ ਤੁਹਾਡੇ ਹੱਥ ਵਾਸਿਆ। ਤੁਸੀਂ ਕਿੰਨਾ ਗਿਆਨ ਪ੍ਰਗਟ ਕਰਨਾ ਚਾਹੁੰਦੇ ਆ, ਜਿੰਨਾ ਮਰਜ਼ੀ ਕਰ ਲਓ, ਇਹ ਤੁਹਾਡੇ ਹੱਥ ਵਾਸਿਆ। ਸਮੁੰਦਰ ਆ, ਸਮੁੰਦਰ ਦੇ ਵਿੱਚੋਂ ਪਾਣੀ ਕਿੰਨਾ ਚਾਹੁੰਦੇ ਆ? ਕਿਤੇ ਸਮੁੰਦਰ 'ਚੋਂ ਪਾਣੀ ਖਤਮ ਥੋੜੀ ਹੁੰਦਾ। ਤੁਸੀਂ ਪਾਈਪਲਾਈਨ ਪਾ ਲਓ, ਸਮੁੰਦਰ ਜਿੰਨਾ ਮਰਜ਼ੀ ਪਾਣੀ ਕੱਢੀ ਜਾ। ਤਾਂ ਜੇ ਹੋਵੇ ਟੋਭਾ, ਜੇ ਹੋਵੇ ਛੱਪੜ, ਉਹ ਮੀਂਹ ਦੀ ਵੇਟ ਕਰਦਾ ਹੁੰਦਾ, ਫੇਰ ਭਰੂਗਾ। ਉਹ ਟੋਭੇ 'ਚ ਪਾਣੀ ਖਤਮ ਹੋ ਜਾਣਾ, ਲੇਕਿਨ ਸਮੁੰਦਰ 'ਚੋਂ ਪਾਣੀ ਖਤਮ ਹੁੰਦਾ। ਅਸੀਂ ਕੀ ਕਰਦੇ? ਕਬੀਰ ਸਾਹਿਬ ਕਹਿੰਦੇ ਆ, ਕਬੀਰ ਸਾਹਿਬ ਕਹਿੰਦੇ ਆ, ਕਬੀਰ ਸਮੁੰਦਰ ਨਾ ਛੋਡੀਐ, ਚਾਹੇ ਅੱਤ ਖਾਰੋ ਹੋਏ। ਜਿੰਨਾ ਮਰਜ਼ੀ ਲੂਣ ਵਾਲਾ ਪਾਣੀ ਹੋਵੇ, ਜਿੰਨਾ ਮਰਜ਼ੀ। ਯਾਦ ਰੱਖੀ, ਜਦੋਂ ਸਮੁੰਦਰ ਦੇ ਵਿੱਚ ਬਣਨਾ ਨਾ, ਪਾਣੀ ਸਮੁੰਦਰ ਦਾ ਖਾਰਾ ਲੜਨਾ ਬੜਾ ਹੀ। ਜਿੱਥੇ ਜਿੱਥੇ ਜ਼ਖਮ ਹੈ ਉੱਥੇ ਲੜਦਾ। ਮਹਾਰਾਜ ਕਹਿੰਦੇ ਫਿਰ ਕੀ ਹੋਣਾ? ਜਦੋਂ ਪਾਣੀ ਤੇਰੇ ਲੜਨਾ ਆ, ਜਦੋਂ ਤੇਰੇ ਅੰਦਰ ਸੱਚ ਆਉਣਾ ਆ, ਤੂੰ ਬਾਹਰ ਆ ਕੇ ਸੱਚ ਬੋਲਣਾ ਆ। ਮਹਾਰਾਜ ਕਹਿੰਦੇ ਭੋਖਰ ਢੂੰਡ ਤੋਂ ਭਲਾ ਨਾ ਕਹੇ ਕੋਈ। ਤੁਹਾਨੂੰ ਜਦੋਂ ਤੁਸੀਂ ਸੱਚ ਬੋਲਣਾ ਨਾ, ਤੁਸੀਂ ਲੋਕਾਂ ਦੇ ਦੁਸ਼ਮਣ ਬਣ ਜਾਣਾ। ਮੈਂ ਪ੍ਰੈਕਟੀਕਲ ਕਰ ਰਿਹਾ, ਮੇਰੇ ਨਾਲ ਹੋ ਰਿਹਾ ਹੈ। ਏਦਾਂ ਲੱਗਦਾ ਲੋਕਾਂ ਨੂੰ ਵੀ ਮੈਂ ਪਤਾ ਨਹੀਂ ਕੀ ਬੋਲ ਦਿੱਤਾ।
ਏਦਾਂ ਲੱਗਦਾ ਲੋਕਾਂ ਨੂੰ ਵੀ ਮੈਂ ਪਤਾ ਨਹੀਂ ਕੀ ਕਰ ਦਿੱਤਾ। ਯਾਦ ਰੱਖਿਓ, ਭੋਖਰ ਭੋਖਰ ਢੂੰਡਤੇ ਭਲਾ ਨਾ ਕਹੇ ਕੋਈ। ਤੁਹਾਨੂੰ ਕਿਸੇ ਨੇ ਨਹੀਂ ਕਹਿਣਾ ਮਾੜਾ ਚੰਗਾ ਨਾ, ਸਾਰਿਆਂ ਕਹਿਣਾ ਲੈ ਅਸੀਂ ਤਾਂ ਸਦੀਆਂ ਤੋਂ ਵਿਚਾਰ ਸੁਣਦੇ ਆਏ ਆ, ਤੂੰ ਪਤਾ ਨਹੀਂ ਕਿਹੜੇ ਲੈ ਕੇ ਤੁਰ ਪਿਆ ਪ੍ਰਚਾਰ। ਅੱਛਾ ਹੁਣ ਮੈਂ ਇਸੇ ਤੋਂ ਹੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲਾਂ ਭਾਈ ਸਾਹਿਬ ਪੜ੍ਹਦੇ ਆ ਸ਼ਬਦ, ਲੋਕਾਂ ਨੂੰ ਪਤਾ ਲੱਗੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਆ, ਤਾਂ ਫਿਰ ਮੈਂ ਉਹਦੇ ਅਰਥ ਕਰਦਾ ਆ। ਸਿੰਪਲ ਸਵਾਲ ਹੋ ਗਿਆ। ਨਹੀਂ ਤਾਂ ਅੱਗੇ ਮੈਨੂੰ ਪਤਾ ਕੀ ਪਤਾ ਨਹੀਂ ਕਿੱਥੋਂ ਲਈ ਆਉਂਦਾ ਬਾਣੀ ਤੋਂ ਇਦਾਂ ਦੀ। ਭਰਾਵਾ ਮੈਂ ਕਿਤੇ ਨਹੀਂ ਲਿਆਉਂਦਾ, ਅਜੇ ਤਾਂ ਕੁਛ ਵੀ ਨਹੀਂ ਹੈ, ਅਜੇ ਤਾਂ ਬਾਣੀ ਕੁਛ ਵੀ ਨਹੀਂ, ਅਜੇ ਤਾਂ ਤੁਹਾਨੂੰ ਸੁਣਾਏ, ਅਜੇ ਤਾਂ ਸ਼ਬਦ ਜਿਹੜੇ ਆ ਨਾ, ਜੇ ਕਿਤੇ ਲੱਗ ਗਿਆ ਇਸ ਕਸਬੱਟੀ ਤੇ ਸਾਰਿਆਂ ਨੇ ਤੋਬਾ ਤੋਬਾ ਕਰਨ ਲੱਗ ਪੈਣਾ। ਇਦਾਂ ਬੜੇ ਤਿੱਖੇ ਤੀਰ ਆ। ਠੀਕ ਆ ਸਾਧ ਸੰਗਤ ਜੀ, ਬੁਲਾਈਏ ਫਤਿਹ। ਇਦਾਂ ਭਾਵੇਂ ਨਾ ਮੈਂ ਸਾਰੀ ਦਿਹਾੜੀ ਬੋਲੀ ਜਾਵਾਂ, ਸਾਰੀ ਦਿਹਾੜੀ ਮੈਂ ਕਹਿੰਦਾ, ਮੈਂ ਪਤਾ ਨਹੀਂ ਕਿਉਂ ਮੈਂ ਭਾਵੇਂ 10 ਘੰਟੇ ਬੋਲ ਦੇਵਾਂ। ਇਦਾਂ ਹੀ ਤੁਸੀਂ ਜੁੜੇ ਰਹੋਗੇ, ਮੈਂ 10 ਘੰਟੇ ਬੋਲ ਦੇਵਾਂ। ਵਿੱਚ ਮੈਂ ਆਪਣੀ ਲਾਈਵ ਸ਼ੁਰੂ ਕਰ, ਬੜਾ ਕੁਛ ਮੈਂ ਸ਼ੁਰੂ ਕਰ ਸਕਦਾ ਆ। 10 ਘੰਟੇ ਲਗਾਤਾਰ ਇਦਾਂ ਹੀ ਬੋਲੀ ਜਾਵਾਂ ਬੈਠਾ, ਕਦੀ ਵਿਚਾਰ ਖਤਮ ਨਹੀਂ ਹੁੰਦੇ। ਤਾਂ ਮਹਾਰਾਜ ਕਹਿੰਦੇ ਉਹਨਾਂ ਦੇ ਅੰਦਰੋਂ ਖਤਮ ਨਹੀਂ ਹੁੰਦੇ ਵਿਚਾਰ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਪ੍ਰੈਕਟੀਕਲ ਦੇ ਨਾਲ ਜੀ ਹੋਈ ਆ, ਜਿਨ੍ਹਾਂ ਨੂੰ ਪਤਾ ਆ ਜ਼ਿੰਦਗੀ ਦਾ ਪ੍ਰੈਕਟੀਕਲ ਕੀ ਆ, ਜ਼ਿੰਦਗੀ ਦੀ ਸੋਚ ਕੀ ਆ, ਜ਼ਿੰਦਗੀ ਜੀ ਕਿੱਦਾਂ ਜਾਂਦੀ ਆ, ਜ਼ਿੰਦਗੀ ਆਤਮਾ ਮਹਿਸੂਸ ਕੀ ਕਰਦੀ ਤੁਹਾਡੀ। ਇੱਕ ਗੱਲ ਯਾਦ ਰੱਖਿਓ, ਅੱਖਾਂ ਤੇ ਕੰਨ, ਇਹ ਤੁਹਾਡਾ ਅੱਖਾਂ ਤੋਂ ਦੇਖਿਆ ਹੋਇਆ ਤੇ ਕੰਨਾਂ ਤੋਂ ਸਰਵਣ ਕੀਤਾ ਹੋਇਆ ਪਹਿਲਾਂ ਤੁਹਾਡੀ ਆਤਮਾ ਤੇ ਜਾਂਦਾ ਹੈ। ਉਹ ਰੱਬ ਜਿਹੜਾ ਆਤਮਾ ਦੇ ਨਾਲ ਗੱਲ ਕਰਦਾ ਆ, ਉਹ ਫਿਰ ਦੱਸਦਾ ਵੀ ਤੂੰ ਕੀ ਸੱਚ ਦੇਖਿਆ ਤਾਂ ਕੀ ਝੂਠ ਦੇਖਿਆ, ਕੀ ਸਰਵਣ ਕੀਤਾ ਝੂਠ। ਜੇ ਕਿਸੇ ਦੀਆਂ ਚੁਗਲੀਆਂ ਸਰਵਣ ਕੀਤੀਆਂ ਤੇ ਮਹਾਰਾਜ ਕਹਿੰਦੇ ਦਫਾ ਹੋ ਜਾ, ਮੈਂ ਤੈਨੂੰ ਇਹ ਸਰਵਣੋਂ ਮੇਰਿਓ ਸੱਚੇ ਕੀ ਬਣ ਲਾਏ ਸੀਗੇ, ਇਹ ਸਰਵਣੋਂ ਮੇਰਿਓ ਸੱਚੇ ਸੁਣਨੇ ਨੂੰ ਪਠਾਏ ਦਾ ਮਨ ਲਾਏ, ਸੁਣੋ ਸੱਚ ਬਾਣੀ। ਤੈਨੂੰ ਮੈਂ ਜਿਹੜੀ ਸੱਚ ਦੀ ਵਿਚਾਰ ਆ ਮੈਂ ਤੈਨੂੰ ਉਹ ਸੁਣਨ ਨੂੰ ਕਿਹਾ, ਤੂੰ ਮੈਨੂੰ ਚੁਗਲੀਆਂ ਸੁਣਾਈ ਜਾਂਦਾ। ਮੈਂ ਤੇਰੇ ਅੰਦਰ ਬੈਠਾ ਬਸ਼ਰਮਾ, ਸ਼ਰਮ ਨਹੀਂ ਆਉਂਦੀ। ਮੈਂ ਤੈਨੂੰ ਕਿਹਾ ਆ ਕਿ ਸਾਰੀਆਂ ਜਗਤ ਦੇ ਵਿੱਚ ਸਾਰੀਆਂ ਤੇਰੀਆਂ ਧੀਆਂ ਆ, ਸਾਰੀਆਂ ਤੇਰੀਆਂ ਭੈਣਾਂ ਆ, ਸਾਰੀਆਂ ਤੇਰੀਆਂ ਮਾਵਾਂ ਆ, ਹੈਂ ਤੂੰ ਬਸ਼ਰਮਾ ਗਲਤ ਨਗਾਰਾ ਦੇਖਦਾ। ਇਹ ਕੌਣ ਦੇਖਦਾ ਸੀ ਇਦਾਂ? ਠੀਕ ਹੈ ਸਾਧ ਸੰਗਤ ਜੀ, ਬੁਲਾਈਏ ਫਤਿਹ। ਕੋਈ ਵੀ ਗੱਲ ਅੱਗੇ ਪਿੱਛੇ। ਹਾਂ ਫਿਰ ਮੈਂ ਕਹਿੰਦਾ YouTube ਜਿਹੜਾ ਆ ਬਾਣੀ ਲਿਖਣ ਦੀ ਲੋੜ ਕਿਉਂ ਪਈ। ਸਾਰੇ ਮੇਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ, ਕਿਉਂਕਿ ਆਪਾਂ ਪ੍ਰਚਾਰ ਕਰਨਾ ਆ। ਜਿੰਨਾ ਚੱਕ ਤੁਸੀਂ ਮੇਰਾ ਸਾਥ ਨਹੀਂ ਦਿੰਦੇ ਉਹਨਾਂ ਚਿਰ ਪ੍ਰਚਾਰ ਨਹੀਂ ਹੋਣਾ। ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਤਪ ਮਖੀਰਾ। ਮਹਾਰਾਜ ਕਹਿੰਦੇ ਜਿਹੜੀ ਸੋਚ ਆ ਕਿੱਥੋਂ ਮਿਲਦੀ ਆ? ਮਹਾਰਾਜ ਕਹਿੰਦੇ ਸਾਧ ਸੰਗਤ ਬਿਨ ਭਉ ਨਹੀਂ ਉਪਜੈ, ਭਾਉ ਬਿਨ ਭਗਤ ਨਾ ਹੋਏ ਤੇਰੀ। ਜਿੰਨਾ ਚੱਕ ਸੰਗਤ ਦਾ ਪਿਆਰ ਮੇਰੇ ਨਾਲ ਨਹੀਂ ਬਣਦਾ, ਮੇਰਾ ਪਿਆਰ ਸੰਗਤ ਦੇ ਨਾਲ ਨਹੀਂ ਬਣਦਾ, ਮਹਾਰਾਜ ਕਹਿੰਦੇ ਕੁਛ ਵੀ ਨਹੀਂ ਹੋਣਾ, ਸਭ ਜ਼ੀਰੋ ਆ। ਬਸ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਤੁਹਾਡੇ ਤਾਂ ਮੇਰੇ 'ਚ ਫਰਕ ਨਹੀਂ ਹੋਣਾ ਚਾਹੀਦਾ। ਮੈਂ ਤੁਹਾਨੂੰ ਆਪਣੇ ਵੀਰ ਭੈਣ ਭਰਾ ਧੀਆਂ ਸਮਝਾਂ ਤੇ ਤੁਸੀਂ ਮੈਨੂੰ ਕੀ ਸਮਝੋ? ਜਿੱਦਾਂ ਦੇ ਤੁਸੀਂ ਮੇਰੇ ਭੈਣ ਭਰਾ ਇਦਾਂ ਦਾ ਮੈਂ ਤੁਹਾਡਾ ਭੈਣ ਭਰਾ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਜਿੱਥੇ ਬਹਿ ਕੇ ਮੈਂ ਗੱਲ ਕਰ ਰਿਹਾ ਵਿਚਾਰਾਂ ਦੀ, ਤੇ ਹੋ ਸਕਦਾ ਕੱਲ ਨੂੰ ਤੁਸੀਂ ਵੀ ਮੈਨੂੰ ਸੁਣਾਉਣ ਲੱਗ ਪਾਓ ਤੇ ਮੈਨੂੰ ਬੜੀ ਖੁਸ਼ੀ ਹੋਊਗੀ। ਮੈਂ ਵੀ ਕਹਿੰਦਾ ਕਿ ਤੁਹਾਡੇ ਅੰਦਰ ਉਹ ਜੋਤ ਲੱਗੇ। ਬੜੀਆਂ ਸਾਧ ਸੰਗਤ ਜੀ ਇਦਾਂ ਦੇ ਵਿਸ਼ੇ ਪਏ ਆ, ਜੇ ਨਾ ਵਿਸ਼ੇ ਸਮਝਦੇ ਆ, ਇਦਾਂ ਦੇ ਵਿਸ਼ੇ ਛੇੜਨ ਵਾਲੇ ਆ। ਇਸ ਜਿਹੜਾ ਜੋ ਹੋ ਰਿਹਾ ਆ ਸਿੱਖੀ ਦੇ ਵਿੱਚ, ਜੋ ਸਿੱਖ ਸੋਚ ਤੇ ਸਾਡੇ ਥੋਪਿਆ ਜਾ ਰਿਹਾ ਆ, ਠੀਕ ਹੈ ਨਾ, ਜਿਹਦੇ ਮੈਂ ਵਿਸ਼ੇ ਛੇੜਨੇ ਸ਼ੁਰੂ ਕਰ ਲਏ, ਸੁਣੇ ਨਹੀਂ ਜਾਣੇ ਇਹਨਾਂ ਕੋਲੋਂ। ਬੜੇ ਵਿਸ਼ੇ ਆ। ਅਜੇ ਤਾਂ ਮੈਂ ਸਿਰਫ ਇਹ ਵਿਸ਼ਾ ਨਹੀਂ ਕਲੀਅਰ ਕਰ ਸਕੇ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਗੁਰੂ ਨਾਨਕ ਸਾਹਿਬ ਕਹਿ ਰਹੇ ਆ ਵੀ ਉਹਨਾਂ ਨੇ ਵਿਗਾਸ ਪੈਦਾ ਕੀਤਾ, ਇਹ ਕਹਿੰਦੇ ਭੁੱਖੇ ਸੀ। ਅਜੇ ਤੱਕ ਇਹਨਾਂ ਕੋਲ ਇਹ ਨਹੀਂ ਜਵਾਬ ਦੇ ਹੋਇਆ ਵੀ ਉਹ ਤਾਂ ਆਪਣੀ ਕਿਰਤ ਕਰਦੇ ਸੀ, ਉਹਨਾਂ ਦੀ ਕਿਰਤ ਲਿਖੀ ਹੋਈ ਆ। ਮੇਰੇ ਗੁਰੂ ਨਾਨਕ ਸਾਹਿਬ ਨੂੰ ਪਤਾ ਸੀ ਇਹਨਾਂ ਲੋਕਾਂ ਨੇ ਇਦਾਂ ਕਰਨੀ ਆ। ਪੰਜਵੇਂ ਨਾਨਕ ਨੇ ਇਸੇ ਕਰਕੇ ਸ਼ਬਦ ਲਿਖ ਦਿੱਤਾ, ਗੋਬਿੰਦ ਗੋਬਿੰਦ ਭਇਓ ਮਨ ਨੀਨਾ, ਆਠ ਧਾਮ ਕੋ ਸ਼ਿਪਰੋ ਹੋਇਓ ਲਖੀਣਾ, ਬਰਨਾ ਤੁਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜਲਾਹਰੋ ਭਇਆ ਗੁਣੀ ਗਹੀਰਾ। ਰਵਿਦਾਸ ਢਵੰਤਾ ਢੋਰਨੀ ਨੇ ਤਿਆਗੀ ਮਾਇਆ, ਪ੍ਰਗਟ ਹੁਆ ਪਾਰ ਬ੍ਰਹਮ ਹਰ ਦਰਸ਼ਨ ਪਾਇਆ। ਸੈਨ ਨਾਈ ਬੁਤਕਾਰੀਆਂ ਉਹ ਘਰ ਘਰ ਗਣਿਆ, ਪ੍ਰਗਟ ਹੁਆ ਪਾਰ ਬ੍ਰਹਮ ਭਗਤਾਂ ਮੇ ਗਣਿਆ। ਇਹ ਬਿੱਧ ਸੁਣ ਕੇ ਜਾਟੜੋ, ਇਹ ਬਿੱਧ ਸੁਣ ਕੇ ਜਾਟੜੋ। ਦੇਖਿਆ ਉਹ ਘਰਾਂ 'ਚ ਸਨੇਹ ਦੇਣ ਵਾਲਾ ਰੱਬ ਨੂੰ ਪਾ ਗਿਆ, ਚੰਮ ਚੱਕਣ ਵਾਲਾ ਰੱਬ ਨੂੰ ਪਾ ਗਿਆ, ਕੱਪੜੇ ਸੀਣ ਵਾਲਾ ਰੱਬ ਨੂੰ ਪਾ ਗਿਆ,
जुलाहा खड्डी पाउण वाला रब नूं पा गया ते महाराज धन्ना महाराज कहंदे मैं क्यों पिछे रवां। ए बिद सुन के जाटड़ो उठ भगती लागा मिले परतख गोसाइयां धन्ना वड भागा। धन्ने नूं भी पता लग गया भी आ विचारधारा आ रास्ता आ कबीर घाटी राम की तो चढ़ रहे हो कबीर। टामे टामे जांदे ने उधर रास्ते ते, नहीं तो सारे कहते बस ठीक है यार आपां की लेना बल्ले बल्ले। नहीं जी भाई यूट्यूब चैनल जिहड़ा आ उन्होंने सबसक्राइब जिन्ना हो सकता सबसक्राइब करो और लाइक करो शेयर करो, क्योंकि जे तुसीं वो अगे काम याद रखियो सत्संग मेरा तुहाडे नाल वादा आ, ये वादा जो मैं करदा हाँ ना सत्संगत जी हमेशा ही उन्होंने मैं निभाउणा आ। यूट्यूब की जिन्नी कमाई आ जो भी आऊगा मैनू ठीक है जो भी मैनू देणगे वो सारा बेगमपुरा एड दे अकाउंट च जाऊगा। एक भी पंजी का रवादार नहीं होऊंगा मैं, मेरा कर्म आ मेरी आत्मा इदा कहती मैं करा, एक भी पंजी का रवादार नहीं होऊगा। क्योंकि बाणी दी जिहड़ी की आ बाणी दा जिहड़ा प्रचार आ प्रचार दा जिहड़ा असर आ लोकी खुश होकर जिहड़ा दान करनगे ठीक है जी वो सारा बेगमपुरे एड दे विच जाऊगा। बेगमपुरा एड बन चुकी आ क्योंकि गुरु ग्रंथ साहब जी का शब्द जिहड़ा आ बेगमपुरा वो एड बन चुकी आ। उहदे तो सिर्फ असीं गरीबां दे जिहड़े गरीब सा ध्यान रखियो उहदे विच कोई भी जात दा होवे गरीब चमार होवे जट होवे नाई होवे गुज्जर होवे शिंबा होवे जुलाहा होवे ठीक है ना कोई भी किसी भी जात दा होवे बंदा पहली गल तां मानते नहीं जात नूं कोई भी जात दा होवे गरीब होवे उहदी मदद बेगमपुरा एड करूगी। पहला अपने पंजाब च काम करूगी ध्यान करियो बेगमपुरा एड। उस तो बाद पंजाब दे विच जदों सारा संघर्ष पूरा बन गया तां फिर सारे भारत दे विच काम करूगी। जिथे जिथे साडे लोकां नूं गुलाम कीता होया आ गरीब लोकां नूं गुलाम करके उन्हां दे बच्चों नूं एजुकेशन नहीं दित्ती जा रही वो करूगी। जिन्नी जल्दी हो सकता तुसीं मेरी हथ जोड़ के बेनती आ यूट्यूब जिहड़ा चैनल आ बाणी देखण दी लोड़ क्यों पई। साथ ही याद रखियो मैं ना इदा फोटोआं ला के लोगों को इदा दिखा के वधिया मेरे को कुछ नहीं हैगा। बड़े मैं सैंपल जो शब्द लिखे आ ठीक है मेरे को इन्ना ना चमकाउण वास्ते कुछ नहीं हैगा। मैं सैंपल जिहा बंदा कल्ला ही मैं काम करदा आ जिद्दां दा मैनू लिखना आउंदा उदां लिखी जाना मैं ठीक है जिद्दां दा मैनू बोलना आउंदा उदां दा बोली जाना आ। हाँ हुण मेरे बच्चे जिहड़े आ मेरे बच्चे मीनिंग मेरी आत्मा दे बच्चे इस संसार दे विच कुछ बच्चे मेरिया ने मैनू कहा कि अंकल जी असीं आ करना चाहुंदे हां असीं तुहाडी मदद करना चाहुंदे हां कि असीं आ करिए। हाँ हुण तैयार हो गया कंप्यूटर भी बन गया है तकरीबन तैयार हो जाना। जो कंप्यूटर बन के आ गया 1-2 दिनां 4 दिनां 5 दिनां ते वो फिर बच्चे उहदे उत्ते यूट्यूब ते काम करनगे तरीके नाल ठीक है। जिन्ना चक असीं प्रचार नहीं करते तुसीं प्रचार बंदा कल्ला नहीं कर सकदा प्रचार फैसला तुसीं करना आ कि ये गल सच आ ये झूठ आ। तुसीं आप बाणी नूं पढ़ो धन धन श्री गुरु ग्रंथ साहिब दी बाणी तुहानूं फट पता लग जाना। ते जिहड़े लोकां ने करोड़ां बिजनेस खोलिया होया अरबां दा बिजनेस खोलिया होया कुछ नहीं करते सत्संगत जीओ ना उन्हां नूं कौम दा फिक्र आ। सतगुर गुरु नानक साहब दी बाणी दा शब्द लेंदे आ पंजवें पातशाह शब्द लेंदे आ नामदेव महाराज शब्द लैके यूट्यूब ते बोल के पाਉਂਦੇ आ आराम दे नाल पैसे घर आउण लग पैंदे उन्हां नूं। हुण की करांगे इदां लोकां नूं उन्हां नूं की पता की आ सिੱਖੀ उन्होंने की पता सिख सोच की आ उन्होंने की पता आद सच जुगाद सच है भी सच नानक होसी भी सच उन्होंने की लोड़ आ क्योंकि उन्होंने अपना जीवन की कर लिया उस जीवन नूं उच्चा कर लिया आराम दे नाल वेले बैठे आराम नाल वधिया। ये भी आउण वाले टाइम दे विच साल नूं 2 सालां नूं 4 सालां नूं ये भी गल दा मुद्दा उठाया जाऊगा कि जिहड़े लोकां ने बाणी दे शब्द तो कमाई कर रहे आ उन्हां लोकां नूं हथ जोड़ के बेनती आ अपनी आत्मा तो अपने आप फलाने बेगमपुरा अकाउंट जिहड़ा उहदे विच पैसे पाउणे शुरू कर दिओ। वो सारे गरीबां दे कित्थे जाने ने गरीबां दे एजुकेशन ते बच्चों दी हॉस्पिटलों दे विच जो भी असीं कर सकदे आ जिहड़ियां पंजवें पातशाह ने चौथे पातशाह ने गुरु घर दे नाल हकीम रखे हुए सी गुरु घर दे विच वो हकीम इलाज करते सी लोगों का जिन्हां को बेचारियां कोल पैसे नहीं हुंदे सी वो च आके इलाज करते सी डिफेंसरियां खोलियां हुई सी गुरु घर दे विच पर की हो गया साडा सारा खत्म कर दिता इन्हां लोकां ने साडी पंजाबी गुरमुखी भाषा नूं बिल्कुल दिन पर दिन खत्म कर रहे हैं। फिर मेरी हाथ जोड़ के बेनती है जिम्मेवार तुसीं हो ठीक है जी साथ संगत जी वीडियो लंबी हो जानी फिर हो ही गई लंबी वैसे क्योंकि
ਬੁਲਾਈਏ ਜੀ ਫਤਿਹ। ਜੈ ਗੁਰਦੇਵ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ ਜੈ ਭਾਰਤ ਨਵੇਂ ਵਧਾ ਅਸਲਾਮ ਅਲੈਕਮ ਰਾਮ ਰਾਮ। ਤੇ ਇਹ ਚੇਤਾ ਨਾ ਭੁੱਲਿਓ ਚੈਨਲ ਪਾਣੀ ਲਿਖਣ ਦੀ ਲੋੜ ਪਈ YouTube ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ, ਜਿੰਨਾ ਸ਼ੇਅਰ ਕਰ ਸਕਦੇ ਉਨਾ ਕਰੋ, ਕਿਉਂਕਿ ਫਿਰ ਜਿੰਨੀ ਜਲਦੀ ਹੋ ਸਕਦਾ ਉਹਨੂੰ ਅੱਗੇ ਆਪਾਂ ਲੈ ਕੇ ਆਈਏ ਪ੍ਰਚਾਰ ਦਾ ਸਿਸਟਮ। ਕਿਉਂਕਿ ਫੇਸਬੁੱਕ ਬੰਦ ਕਰ ਦਿੰਦੇ ਭਰਾਵਾ, ਇਹ ਸ਼ਿਕਾਇਤਾਂ ਕਰ ਦਿੰਦੇ ਆ। ਕਿਉਂਕਿ YouTube ਐਸੀ ਚੀਜ਼ ਆ ਜਿਹਨੂੰ ਇਹ ਬੰਦ ਨਹੀਂ ਕਰ ਸਕਦੇ, ਕਿਉਂਕਿ ਆਪਾਂ ਕਿਸੇ ਦੀ ਗੱਲ ਤਾਂ ਕਰਨੀ ਨਹੀਂ, ਆਪਾਂ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਆ, ਬਾਹਰਲੀ ਕਿਸੇ ਗੱਲ ਹੀ ਨਹੀਂ ਕਰਨੀ ਆਪਾਂ। ਠੀਕ ਹੈ ਜੀ, ਬੁਲਾਈਏ ਫਤਿਹ ਜੀ। ਜੈ ਗੁਰਦੇਵ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ ਜੈ ਭਾਰਤ ਨਵੇਂ ਵਧਾ ਅਸਲਾਮ ਅਲੈਕਮ ਰਾਮ ਰਾਮ। ਸ਼ਾਹ ਵਾਲਮੀਕੀ, ਹਰ ਹਰ ਵਾਲਮੀਕੀ।